ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਹੀ ਬੇਅਦਬੀ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਵਾਲੇ ਰਾਹ ਤੇ ਚੱਲਣਗੇ ਜਾਂ ਕੋਈ ਨਾ ਕੋਈ ਲੋਕਾਂ ਨੂੰ ਇਨਸਾਫ ਦਿਵਾਉਣਗੇ? ਉਹ ਬੰਦੇ ਬੇਅਦਬੀ ਦੀਆਂ ਗੱਲਾਂ ਕਰਦੇ ਨੇ ਜਿਸ ਪਾਰਟੀ ਦੇ ਹੈੱਡ ਨੇ, ਜਿਸ ਪਾਰਟੀ ਦੀ ਪ੍ਰਧਾਨ ਮੰਤਰੀ ਨੇ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰਕੇ ਸੈਂਕੜੇ ਬੀੜਾਂ ਜਿਹੜੀਆਂ ਨੇ ਸਾਡੀਆਂ ਉਹ ਇਹਨਾਂ ਨੇ ਤੋਪਾਂ ਟੈਂਕਾਂ ਨਾਲ ਡਾਈਆਂ, ਅਕਾਲ ਤਖਤ ਫਨਾਹ ਕਰ ਦਿੱਤਾ। ਇਹ ਫਾਰਮੂਲੇ ਘੜੀ ਘੜੀ ਨਹੀਂ ਚੱਲਦੇ। ਝੂਠੇ ਲਾਰਿਆਂ ਨਾਲ ਕਰਜ਼ਾ ਮਾਫ ਕਰਾਂਗੇ, ਘਰ ਘਰ ਨੌਕਰੀ ਦੇਵਾਂਗੇ, ਅਸੀਂ ਇੱਥੇ ਬੇਰੁਜ਼ਗਾਰੀ ਖਤਮ ਕਰ ਦਿਆਂਗੇ, ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਹੁਣ ਸਿੱਧੂ ਦੇ ਮੂੰਹੋਂ ਗੱਲਾਂ ਨਿਕਲੀਆਂ ਕੋਈ ਜ਼ਿਆਦਾ ਵਧੀਆ ਲੱਗਦੀਆਂ ਨੇ। ਸਿੱਧੂ ਵੀ ਉਦੋਂ ਇਸੇ ਪਾਰਟੀ 'ਚ ਸੀ। ਸਿੱਧੂ ਸਾਹਿਬ ਪਹਿਲਾਂ ਵੀ ਕਾਂਗਰਸੀ ਸਨ, ਮਿਨਿਸਟਰ ਵੀ ਰਹੇ ਨੇ। ਉਹਦੇ ਨਾਲ ਕੋਈ ਫਰਕ ਪੈਣ ਵਾਲੀ ਗੱਲ ਨਜ਼ਰ ਨਹੀਂ ਆਉਂਦੀ, ਸਗੋਂ ਪ੍ਰਧਾਨ ਬਣਨ ਦੇ ਨਾਲ ਪਾਰਟੀਬਾਜ਼ੀ ਹੋਰ ਖੁੱਲ੍ਹ ਕੇ ਸਾਹਮਣੇ ਆਈ ਆ। ਜਿਹੜੇ ਬੰਦੇ ਉੱਤੇ ਐਲੀਗੇਸ਼ਨ ਲਾ ਰਹੇ ਸੀ ਸਿੱਧੂ ਸਾਹਿਬ, ਰੇਤ ਮਾਫੀਏ ਦਾ, ਲਿਕੁਇਡ ਮਾਫੀਏ ਦਾ, ਹੋਰ 100 ਤਰ੍ਹਾਂ ਦੇ ਜਿਹੜੇ ਕਰਪਸ਼ਨ ਦੀਆਂ ਗੱਲਾਂ ਕਰ ਰਹੇ ਸੀ, ਉਹ ਤੁਸੀਂ ਵੇਖਦੇ ਜੋ ਉਹ ਬੰਦੇ ਹੁਣ ਨਵਜੋਤ ਸਿੰਘ ਸਿੱਧੂ ਦੇ ਕੰਧਾੜਿਆਂ ਤੇ ਚੜ੍ਹੇ ਆ। ਇੱਕ ਬੰਦਾ ਕਹਿੰਦਾ ਵੀ ਜਦੋਂ ਸਾਡੀ 22 'ਚ ਸਰਕਾਰ ਬਣੂਗੀ ਉਦੋਂ ਅਸੀਂ 3 ਰੁਪਏ ਬਿਜਲੀ ਦਿਆਂਗੇ। ਉਹਨੂੰ ਸ਼ਾਇਦ ਭੁਲੇਖਾ ਲੱਗ ਗਿਆ ਕਿ ਹੁਣ ਉਹਦੀ ਸਰਕਾਰ ਨਹੀਂਗੀ, ਫਲਾਣੀ ਜਦੋਂ ਗੱਲ ਬਣੂਗੀ ਸਾਰੀ ਅਸੀਂ ਉਦੋਂ ਕਰਾਂਗੇ। ਵੀ ਪਿਛਲੇ 5 ਸਾਲਾਂ ਤੋਂ ਤਾਂ ਸਰਕਾਰ ਤੁਹਾਡੀ ਚੱਲਣ ਰਹੀ ਆ। ਸਿਰਫ ਜਜ਼ਬਾਤਾਂ ਦੀ ਲੜਾਈ ਲੜਨੀ, ਲੋਕਾਂ ਨੂੰ ਐਕਸਪਲਾਇਟ ਕਰਨਾ ਤੇ ਅਸੀਂ ਵੋਟਾਂ ਲੈਣੀਆਂ ਤੇ ਮੁੜ ਕੇ ਅਸੀਂ ਲੱਭਣਾ ਨਹੀਂ। ਇਹਨਾਂ ਨੂੰ ਤਾਂ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜੋ ਇਹਨਾਂ ਦੀ ਸਰਕਾਰ ਨੇ ਹੁਣ ਤੱਕ ਕੀਤਾ। ਨੰਗਲ ਸਾਹਿਬ, ਤੁਸੀਂ ਬਟਾਲਾ ਤੋਂ MLA ਹੋ। ਕਾਫੀ ਚਰਚਾ ਚੱਲ ਰਹੀ ਹੈ ਕਿ ਲਖਬੀਰ ਸਿੰਘ ਲੋਧੀ ਨੰਗਲ ਇਸ ਵਾਰ ਫਤਿਹਗੜ੍ਹ ਚੂੜੀਆਂ ਤੋਂ ਚੋਣ ਲੜਨਾ ਚਾਹੁੰਦੇ ਨੇ। ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ? BJP ਦਾ ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ, ਦੂਜੇ ਪਾਸੇ ਕਹਿ ਰਹੇ 117 ਦੀਆਂ ਸੀਟਾਂ ਤੇ ਅਸੀਂ ਚੋਣ ਲੜਾਂਗੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ। ਚਲੋ ਇਹ ਤਾਂ ਗੱਲ ਜਿਹੜੀ ਆ ਜੀ ਉਹ ਪਹਿਲਾਂ ਵੀ ਕਹਿੰਦੇ ਸੀ, ਹੁਣ ਜੋ ਚੀਕਾਂ ਨਿਕਲਣੀਆਂ 117 ਦੇ ਵਿੱਚ ਹੀ, ਇਹ ਤੇ ਸਾਡੇ ਕੋਲ ਵੋਟਾਂ ਲੈ ਲੈਂਦੇ ਸੀ, ਸਾਨੂੰ ਵੋਟ ਤੇ ਦਿੰਦੇ ਨਹੀਂ ਸੀ। ਇਹ ਤੇ ਅਕਾਲੀ ਦਲ ਨੂੰ ਵਰਤਦੇ ਸੀ। MLA ਤੁਸੀਂ ਬਣੇ ਹੋ ਬਟਾਲਾ ਤੋਂ, ਲੱਗਦਾ ਨਹੀਂ ਇਸ ਵਾਰੀ ਗਠਬੰਧਨ ਟੁੱਟ ਚੁੱਕਾ ਹੈ ਭਾਜਪਾ ਦੇ ਨਾਲੋਂ? ਤਾਂ ਕਿਤੇ ਨਾ ਕਿਤੇ ਹਾਰ ਦਾ ਵੀ ਖਤਰਾ ਲੱਗ ਰਿਹਾ ਕਿ ਭਾਜਪਾ ਦੀ ਵੋਟ ਜਿਹੜੀ ਆ ਬਟਾਲੇ ਦੇ ਵਿੱਚ ਜ਼ਿਆਦੀ ਆ, ਤਾਂ ਹਾਰ ਦਾ ਸਾਹਮਣਾ ਨਾ ਕਰਨਾ ਪੈ ਜਾਵੇ। ਤਾਂ ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਵੇਖੀ ਹੋਏਗੀ ਜਿਹਦੇ ਵਿੱਚ ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਬਿੱਟੂ ਹਰਸਿਮਰਤ ਕੌਰ ਦੇ ਨਾਲ ਜਿਹੜਾ ਸੰਸਦ ਦੇ ਬਾਹਰ ਬਹਿਸ ਦੇ ਪਏ ਨੇ। ਕਿਵੇਂ ਵੇਖਦੇ ਹੋ, ਕਿਸ ਤਰ੍ਹਾਂ ਦੀ ਬਹਿਸਬਾਜ਼ੀ ਸੀ? ਦਰਅਸਲ ਆ ਜੀ ਉਹ ਗਿਰੇ ਹੋਏ ਇਨਸਾਨ ਨੇ, ਉਹਨਾਂ ਦਾ ਖਾਨਦਾਨ ਹੀ ਐਸਾ। ਮੈਂ ਬੜਾ ਜ਼ੋਰ ਦੀ ਕੰਡੈਮ ਕਰਦਾ ਇਹੋ ਜਿਹੇ ਘਟੀਆ ਬੰਦੇ ਨੂੰ ਜਿਹਨੂੰ ਖੂਨ ਦੀ ਜਾਂਚ ਨਹੀਂ, ਕਿ ਮੈਂ ਕਿਸ ਤਰੀਕੇ ਦੇ ਨਾਲ ਆਪਣੀ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ ਆ। ਬੜਾ ਉਹਨੇ ਘਟੀਆਪਨ ਦਾ ਸਬੂਤ ਦਿੱਤਾ। ਪਾਸੇ ਆਮ ਆਦਮੀ ਪਾਰਟੀ ਕਹਿੰਦੇ ਸੀ ਆਮ ਲੋਕਾਂ ਦੀ ਪਾਰਟੀ ਆ, ਝਾੜੂ ਵਾਲਿਆਂ ਦੀ ਪਾਰਟੀ, ਗਰੀਬ ਲੋਕਾਂ ਦੀ ਪਾਰਟੀ ਆ। ਦੂਜੇ ਪਾਸੇ ਜੇ ਗੱਲ ਕਰੀਏ ਇਹਦੇ ਵਿੱਚ IG ਕੁੰਵਰ ਵਿਜੇ ਪ੍ਰਤਾਪ ਵਰਗੇ ਜਾਂ ਹੋਰ ਸੈਲੀਬ੍ਰਿਟੀ ਲੋਕਾਂ ਨੂੰ ਸ਼ਾਮਲ ਕੀਤਾ ਜਾ ਰਿਹਾ, ਖਾਸ ਕਰਕੇ ਕਲਾਕਾਰਾਂ ਦੀ ਪਾਰਟੀ ਕਿਹਾ ਜਾ ਰਿਹਾ। 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਕਾਫੀ ਤੇਜ਼ ਨੇ। ਖਾਸ ਕਰਕੇ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਬਟਾਲਾ ਦੇ ਵਿੱਚ ਇਸ ਸਮੇਂ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ। ਇਹਨਾਂ ਕੁਝ ਵਿਸ਼ਿਆਂ ਤੇ ਸਾਡੇ ਨਾਲ ਵਿਧਾਨ ਸਭਾ ਹਲਕਾ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ। ਲੋਧੀ ਨੰਗਲ ਸਾਹਿਬ, ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ 'ਚ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਲੋਧੀ ਨੰਗਲ ਸਾਹਿਬ, ਜੇ ਗੱਲ ਕਰੀਏ ਕਿ ਇਸ ਸਮੇਂ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਨੇਗੇ। ਕਾਫੀ ਮੀਟਿੰਗਾਂ ਚੱਲ ਰਹੀਆਂ, ਚਰਚਾ ਵੀ ਕਾਫੀ ਚੱਲ ਰਹੀਆਂ, ਲਗਾਤਾਰ ਹੀ ਸੋਮੇ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ। ਕਿਵੇਂ ਵੇਖਦੇ ਹੋ ਕਿ ਅਕਾਲੀ ਦਲ ਨੂੰ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨਾ ਕੋਈ ਵੱਡਾ ਫਰਕ ਪਊਗਾ ਜੀ? ਦਰਅਸਲ ਇਹ ਆ ਜੀ ਵੀ ਸਿੱਧੂ ਸਾਹਿਬ ਪਹਿਲਾਂ ਵੀ ਕਾਂਗਰਸੀ ਸਨ, ਮਿਨਿਸਟਰ ਵੀ ਰਹੇ ਨੇ, ਔਰ ਉਹਦੇ ਨਾਲ ਕੋਈ ਫਰਕ ਪੈਣ ਵਾਲੀ ਗੱਲ ਨਜ਼ਰ ਨਹੀਂ ਆਉਂਦੀ, ਸਗੋਂ ਪ੍ਰਧਾਨ ਬਣਨ ਦੇ ਨਾਲ ਪਾਰਟੀਬਾਜ਼ੀ ਹੋਰ ਖੁੱਲ੍ਹ ਕੇ ਸਾਹਮਣੇ ਆਈ ਆ। ਔਰ ਜੋ ਤੁਸੀਂ ਕਾਟੋ ਕਲੇਸ਼ ਦੀ ਗੱਲ ਕਰ ਰਹੇ ਜੇ, ਉਹ ਦਿਨ ਬ ਦਿਨ ਵੱਧਦਾ ਜਾ ਰਿਹਾ ਆ। ਜਿਹੜੇ ਬੰਦੇ ਉੱਤੇ ਐਲੀਗੇਸ਼ਨ ਲਾ ਰਹੇ ਸੀ ਸਿੱਧੂ ਸਾਹਿਬ, ਰੇਤ ਮਾਫੀਏ ਦਾ, ਲਿਕੁਇਡ ਮਾਫੀਏ ਦਾ, ਹੋਰ 100 ਤਰ੍ਹਾਂ ਦੇ ਜਿਹੜੇ ਕਰਪਸ਼ਨ ਦੀਆਂ ਗੱਲਾਂ ਕਰ ਰਹੇ ਸੀ, ਉਹ ਤੁਸੀਂ ਵੇਖਦੇ ਜੋ ਉਹ ਬੰਦੇ ਹੁਣ ਨਵਜੋਤ ਸਿੰਘ ਸਿੱਧੂ ਦੇ ਕੰਧਾੜਿਆਂ ਤੇ ਚੜ੍ਹੇ ਆ। ਇਸ ਕਰਕੇ ਆਪੋ ਆਪਣੀ ਤਾਕਤ ਦੀ ਲੜਾਈ ਲੜਦੇ ਆ ਸਾਰੀਆਂ ਪਾਰਟੀਆਂ 'ਚ ਬੰਦੇ। ਉਹਨੇ ਆਪਣੇ ਢੰਗ ਦੇ ਨਾਲ ਲੜ ਕੇ ਕੋਸ਼ਿਸ਼ ਕੀਤੀ ਆ ਪਾਰਟੀ ਦਾ ਪ੍ਰਧਾਨ ਬਣਨ ਦੀ, ਬਟ ਇਹ ਸਾਰਿਆਂ ਨੂੰ ਪਤਾ ਵੀ ਪਾਰਟੀ ਦੀ ਪੋਜੀਸ਼ਨ ਕੀ ਆ। ਇਹ ਬੜੀਆਂ ਹਾਸੋਹੀਣੀਆਂ ਗੱਲਾਂ ਆ ਮੋਗੇ ਪਰਸੋਂ ਜਿਹੜੀਆਂ ਸਾਹਮਣੇ ਆਈਆਂ ਤੁਹਾਡੇ ਪ੍ਰੈਸ ਦੇ ਵਿੱਚ। ਇੱਕ ਬੰਦਾ ਕਹਿੰਦਾ ਵੀ ਜਦੋਂ ਸਾਡੀ 22 'ਚ ਸਰਕਾਰ ਬਣੂਗੀ ਉਦੋਂ ਅਸੀਂ 3 ਰੁਪਏ ਬਿਜਲੀ ਦਿਆਂਗੇ। ਉਹਨੂੰ ਸ਼ਾਇਦ ਭੁਲੇਖਾ ਲੱਗ ਗਿਆ ਕਿ ਹੁਣ ਉਹਦੀ ਸਰਕਾਰ ਨਹੀਂਗੀ, ਫਲਾਣੀ ਜਦੋਂ ਗੱਲ ਬਣੂਗੀ ਸਾਰੀ ਅਸੀਂ ਉਦੋਂ ਕਰਾਂਗੇ। ਵੀ ਪਿਛਲੇ 5 ਸਾਲਾਂ ਤੋਂ ਤਾਂ ਸਰਕਾਰ ਤੁਹਾਡੀ ਚੱਲਣ ਰਹੀ ਆ।
ਤੋ ਇਹ ਗੱਲ ਜਿਹੜੀ ਆ ਇਹ ਬੜੀ ਵੱਡੀ ਪਾਰਟੀ ਉਹਨਾਂ ਦੀ ਦੇ ਖਿਲਾਫ ਜਾਂਦੀ ਆ ਕਿ ਕੀ ਇਹਨਾਂ ਦਾ ਪਾਰਟੀ ਦੇ ਵਿੱਚ ਕੋਈ ਰੈਪੋ ਹੈਗਾ ਜਾਂ ਇਹ ਸਿੱਧੂ ਸਾਹਿਬ ਇਹਨੂੰ ਸਰਕਾਰ ਆਪਣੀ ਨਹੀਂ ਸਮਝਦੇ ਜਾਂ ਸਰਕਾਰ ਜਿਹੜੀ ਆ ਸਿੱਧੂ ਸਾਹਿਬ ਨੂੰ ਆਪਣਾ ਪ੍ਰਧਾਨ ਨਹੀਂ ਸਮਝਦੀ। ਇਸ ਕਰਕੇ ਬਚਕਾਨਾ ਜੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ। ਉਹ ਕਿਸੇ ਕਿਸਮ ਦਾ ਅਕਾਲੀ ਦਲ ਨੂੰ ਕੋਈ ਫਰਕ ਨਹੀਂ। ਅਕਾਲੀ ਦਲ ਜਿਹੜਾ ਆ ਉਹ ਚਟਾਨ ਵਾਂਗੂ ਮਜ਼ਬੂਤ ਆ ਔਰ ਬਿਲਕੁਲ ਮਜ਼ਬੂਤੀ ਦੇ ਨਾਲ ਸਰਕਾਰ ਆਪਣੀ ਬਣਾਵੇਗਾ। ਲੁਧਿਆਣਾ ਸਾਹਿਬ ਜੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਹੀ ਬੇਅਦਬੀ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ, ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਵਾਲੇ ਰਾਹ ਤੇ ਚੱਲਣਗੇ ਜਾਂ ਕੋਈ ਨਾ ਕੋਈ ਲੋਕਾਂ ਨੂੰ ਇਨਸਾਫ ਦਿਵਾਉਣਗੇ? ਦਰਅਸਲ ਆ ਮਾਲਾ ਸਾਹਿਬ ਜਿਹੜੀ ਬੰਦੇ ਦੇ ਵਿੱਚ ਅਕਲ ਆ ਨਾ, ਜਿਹਦੇ 'ਚ ਸਮਝ ਹੈਗੀ ਆ, ਛੱਜ ਤੇ ਬੋਲੇ ਛਾਨਣੀ ਕਿਉਂ ਬੋਲੇ। ਵੇਖੋ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਉਹਦਾ ਹਰ ਸਿੱਖ ਨੂੰ ਨਹੀਂ ਬਲਕਿ ਹਰ ਇੱਕ ਨਾਮ ਲੇਵਾ ਨੂੰ ਦੁੱਖ ਆ। ਔਰ ਉਹ ਬੰਦੇ ਬੇਅਦਬੀ ਦੀਆਂ ਗੱਲਾਂ ਕਰਦੇ ਨੇ ਜਿਸ ਪਾਰਟੀ ਦੇ ਹੈੱਡ ਨੇ, ਜਿਸ ਪਾਰਟੀ ਦੀ ਪ੍ਰਧਾਨ ਮੰਤਰੀ ਨੇ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰਕੇ ਸੈਂਕੜੇ ਬੀੜਾਂ ਜਿਹੜੀਆਂ ਨੇ ਸਾਡੀਆਂ ਉਹ ਇਹਨਾਂ ਨੇ ਤੋਪਾਂ ਟੈਂਕਾਂ ਨਾਲ ਡਾਈਆਂ, ਅਕਾਲ ਤਖਤ ਫਨਾਹ ਕਰ ਦਿੱਤਾ। ਤਕਰੀਬਨ 30 ਦੇ ਕਰੀਬ ਗੁਰਦੁਆਰੇ ਜਿਹੜੇ ਉਹਨਾਂ ਦੇ ਉੱਤੇ ਹਮਲਾ ਕੀਤਾ। ਔਰ ਫਿਰ ਰਾਜੀਵ ਗਾਂਧੀ ਨੇ ਆਖਿਆ ਵੀ ਬੜਾ ਦਰਖਤ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਹਜ਼ਾਰਾਂ ਸਿੱਖਾਂ ਨੂੰ, ਬੇਗਨਾਵਾਂ ਨੂੰ ਇਹਨਾਂ ਨੇ ਜਿਉਂਦਿਆਂ ਸਾੜਿਆ। ਇਹ ਉਹ ਪਾਰਟੀ ਆ ਔਰ ਇਸ ਪਾਰਟੀ ਨੂੰ ਸ਼ਰਮ ਹੋਣੀ ਚਾਹੀਦੀ ਹੈ ਪਹਿਲੋਂ ਬੇਅਦਬੀ ਦੀ ਗੱਲ ਕਰਦੇ ਹਾਂ, ਕਿਉਂਕਿ ਇਸ ਮੁੱਦੇ ਦੇ ਉੱਤੇ ਲੋਕਾਂ ਦੇ ਜਜ਼ਬਾਤ ਭੜਕਾ ਕੇ ਇਹਨਾਂ ਪਿਛਲੀ ਵਾਰ ਸਰਕਾਰ ਬਣਾਈ ਹੈ ਗੁਟਕਾ ਸਾਹਿਬ ਦੀ ਸਹੁੰ ਖਾ ਕੇ। ਇਹ ਫਾਰਮੂਲੇ ਘੜੀ ਘੜੀ ਨਹੀਂ ਚੱਲਦੇ। ਝੂਠੇ ਲਾਰਿਆਂ ਨਾਲ ਕਰਜ਼ਾ ਮਾਫ ਕਰਾਂਗੇ, ਘਰ ਘਰ ਨੌਕਰੀ ਦੇਵਾਂਗੇ, ਅਸੀਂ ਇੱਥੇ ਬੇਰੁਜ਼ਗਾਰੀ ਖਤਮ ਕਰ ਦਿਆਂਗੇ, ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਹੁਣ ਸਿੱਧੂ ਦੇ ਮੂੰਹ ਗੱਲਾਂ ਨਿਕਲੀਆਂ ਕੋਈ ਜ਼ਿਆਦਾ ਵਧੀਆ ਲੱਗਦੀਆਂ ਨੇ। ਸਿੱਧੂ ਵੀ ਉਦੋਂ ਇਸੇ ਪਾਰਟੀ 'ਚ ਸੀ, ਸਿੱਧੂ ਇਸੇ ਮਿਨਿਸਟਰ ਰਿਹਾ ਇਸੇ ਸਰਕਾਰ ਦੇ ਵਿੱਚ। ਬਿਜਲੀ ਦਾ ਮਹਿਕਮਾ ਜਿਹੜਾ ਆ ਉਹਦੇ ਕੋਲ ਰਿਹਾ ਆ। ਬਿਜਲੀ ਅੱਜ ਕਹਿੰਦਾ ਤਿੰਨ, ਉਦੋਂ ਦਾ ਬਿਜਲੀ ਦਾ ਚਾਰਜ ਲੈਂਦਾ, ਜੋ ਮਰਜ਼ੀ ਕਰਦੇ, ਉਦੋਂ ਦੀ ਜਿੰਨੀ ਭਾਵੇਂ ਮੁਫਤ ਬਿਜਲੀ ਕਰ ਦਿੰਦੇ। ਸਾਡੇ ਸਰਕਾਰ ਨੇ, ਬਾਦਲ ਸਾਹਿਬ ਨੇ ਤੁਹਾਡੇ ਸਾਹਮਣੇ ਜਦੋਂ 97 'ਚ ਐਲਾਨ ਕੀਤਾ ਸੀ, ਪਹਿਲੀ ਮੀਟਿੰਗ ਦੇ ਵਿੱਚ ਹੀ ਜੱਟਾਂ ਦੇ ਬਿੱਲ ਮਾਫ ਕਰਤੇ ਸੀ। ਫਿਰ ਤੁਹਾਡੇ ਸਾਹਮਣੇ ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਲਿਆਂਦੀ। ਫਿਰ ਬਾਦਲ ਸਾਹਿਬ ਨੇ ਇਹ ਜਿੰਨੀਆਂ ਸਕੀਮਾਂ ਨੇ, ਭਾਵੇਂ ਮਾਈ ਭਾਗੋ ਸਾਈਕਲ ਸਕੀਮ ਸੀ, ਮੈਰੀਟੋਰੀਅਸ ਸਕੂਲ ਸਨ, ਗਰੀਬਾਂ ਦੇ ਬੱਚਿਆਂ ਨੂੰ ਵਜ਼ੀਫੇ ਦੀ ਗੱਲ ਸੀ, ਕਿੰਨੀਆਂ ਗੱਲਾਂ ਗਿਣ ਲੱਗੀਏ ਤੇ ਬਹੁਤ ਟਾਈਮ ਲੱਗਦਾ। ਜਿੰਨੀਆਂ ਸਕੀਮਾਂ ਲੋਕਾਂ ਦੇ ਭਲੇ ਲਈ, ਆਟਾ ਦਾਲ ਸਕੀਮ ਸਾਡੇ ਵੱਲ ਵੇਖ ਕੇ ਬਾਕੀ ਥਾਵਾਂ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਸ਼ੁਰੂ ਕੀਤੀ ਗਈ। ਇਹ ਗੱਲਾਂ ਜਿਹੜੀਆਂ ਨੇ ਸਾਡੀਆਂ ਗੱਲਾਂ ਦੇ ਉੱਤੇ ਟਿੱਪਣੀ ਕਰਨ ਲੱਗਿਆਂ ਪਹਿਲਾਂ ਇਹਨਾਂ ਨੂੰ ਸੋਚਣਾ ਚਾਹੀਦਾ। ਜਿਹੜੇ ਟੋਟਲ ਹਾਈਵੇ ਨੇ, ਟੋਵਲ ਫਲਾਈਓਵਰ ਬਣੇ ਨੇ, ਏਅਰਪੋਰਟ ਬਣੇ ਨੇ, ਕਿਹਨੇ ਬਣਾਏ ਨੇ? ਇਹਨਾਂ ਨੂੰ ਬੰਦਾ ਪੁੱਛੇ ਤੇ ਸਾਰਾ ਕੁਝ ਤਬਾਹ ਕਰ ਦੇਣ ਲੱਗੇ ਨੇ। ਔਰ ਇਹਨਾਂ ਦਾ ਹਿਸਾਬ ਕਿਤਾਬ ਜਿਸ ਤਰੀਕੇ ਦੇ ਨਾਲ ਹੈਗਾ ਆ ਵੀ ਸਿਰਫ ਜਜ਼ਬਾਤਾਂ ਦੀ ਲੜਾਈ ਲੜਨੀ, ਲੋਕਾਂ ਨੂੰ ਐਕਸਪਲਾਇਟ ਕਰਨਾ ਤੇ ਅਸੀਂ ਵੋਟਾਂ ਲੈਣੀਆਂ ਤੇ ਮੁੜ ਕੇ ਅਸੀਂ ਲੱਭਣਾ ਨਹੀਂ। ਇਹਨਾਂ ਨੂੰ ਤਾਂ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜੋ ਇਹਨਾਂ ਦੀ ਸਰਕਾਰ ਨੇ ਹੁਣ ਤੱਕ ਕੀਤਾ। ਖਾਸ ਕਰਕੇ ਲੁਧਿਆਣਾ ਸਾਹਿਬ ਜੀ ਗੱਲ ਕਰੀਏ ਕਿ ਜਿਵੇਂ ਤੁਸੀਂ ਦੱਸਿਆ ਕਿ 17 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਇਹਨਾਂ ਨੇ ਬੇਅਦਬੀ ਨੂੰ ਲੈ ਕੇ ਝੂਠ ਮਾਰ ਕੇ ਸਰਕਾਰ ਬਣਾਈ ਆ। ਅਕਾਲੀ ਦਲ ਦੇ ਵੱਡੇ ਵੱਡੇ ਥੰਮ ਹਰ ਗਏ, ਜਿੰਨੇ ਕੈਬਨਿਟ ਮਿਨਿਸਟਰ ਸੀ ਕਾਫੀ ਉਹਦੇ ਵਿੱਚੋਂ ਹਰ ਗਏ। ਪਰ ਲਖਬੀਰ ਸਿੰਘ ਲੋਧੀ ਨੰਗਲ ਬਟਾਲੇ ਤੋਂ ਕਿਉਂ ਜਿੱਤੇ? ਕਿ ਉੱਥੇ ਬੇਅਦਬੀ ਦੇ ਲੋਕਾਂ ਨੂੰ ਨਹੀਂ ਪਤਾ ਸੀ ਕਿ ਬੇਅਦਬੀ ਹੋਈ ਆ ਜਾਂ ਅਕਾਲੀ ਦਲ ਨੇ ਕਰਾਈ ਆ? ਕਿਵੇਂ ਵੇਖਦੇ ਹੋ ਤੁਸੀਂ? ਦਰਅਸਲ ਇਹ ਅੱਜ ਵੀ ਜਿੱਥੇ ਵੀ ਤੁਸੀਂ ਇਹ ਸਮਝਦੇ ਜੇ ਜਿੱਤ ਹਾਰ ਤੇ ਸੱਚੇ ਪਾਤਸ਼ਾਹ ਦੇ ਹੱਥ ਹੁੰਦੀ ਆ। ਮੈਂ ਨੇਕੀ ਇਮਾਨਦਾਰੀ ਨਾਲ ਸੱਚੇ ਦਿਲੋਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਿਹਾ। 5 ਸਾਲ 12 ਦੇ ਵਿੱਚ ਮੈਂ ਉੱਥੇ ਇਲੈਕਸ਼ਨ ਲੜ ਗਿਆ ਸੀ। ਉਦੋਂ ਥੋੜ੍ਹੇ ਦਿਨ ਪਹਿਲੋਂ ਮੈਨੂੰ ਟਿਕਟ ਮਿਲੀ ਸੀ। ਔਰ ਸੱਚੀ ਸੇਵਾ ਜਿਹੜੀ ਆ ਪਰਮਾਤਮਾ ਨੂੰ ਪ੍ਰਵਾਨ ਹੁੰਦੀ ਆ। ਦੂਜਿਆਂ ਨੇ ਵੀ ਬਹੁਤ ਸੇਵਾ ਕੀਤੀ ਆ, ਪਰ ਜਿੱਥੇ ਕਿਤੇ ਕਈ ਵਾਰ ਲੋਕਾਂ ਨੂੰ ਜ਼ਿਆਦਾ ਐਕਸਪਲਾਇਟ ਕਰ ਲਿਆ ਜਾਂਦਾ ਆ, ਜਜ਼ਬਾਤੀ ਕਰ ਲਿਆ ਜਾਂਦਾ, ਉੱਥੇ ਚਲੋ ਅਸੀਂ ਆਪਣੀ ਸਮਝ ਦੇ ਨਾਲ ਲੋਕਾਂ ਨੂੰ ਪੂਰਾ ਗਾਈਡ ਵੀ ਕੀਤਾ, ਲੋਕਾਂ ਨੂੰ ਦੱਸਿਆ ਵੀ। ਔਰ ਇਹਨਾਂ ਗੱਲਾਂ ਦਾ ਅਸਰ ਜਿਹੜਾ ਆ ਅਸੀਂ ਹੋਣ ਤੋਂ ਰੋਕਿਆ। ਔਰ ਲੋਕਾਂ ਨੇ ਸਾਡੀ ਸੱਚਾਈ ਤੇ ਸਾਡੀ ਇਮਾਨਦਾਰੀ ਨੂੰ ਮੁੱਖ ਰੱਖ ਕੇ ਬਾਬੇ ਨਾਨਕ ਨੇ ਕਿਰਪਾ ਕੀਤੀ ਤੇ ਸਾਨੂੰ ਜਿਹੜੀ ਆ ਉਹ ਵਾਹਿਗੁਰੂ ਨੇ ਜਿੱਤ ਜਿਹੜੀ ਆ ਦਿੱਤੀ। ਔਰ ਇਹ ਸਾਰੀ ਪਰਮਾਤਮਾ ਦੀ ਤੇ ਲੋਕਾਂ ਦਾ ਆਸ਼ੀਰਵਾਦ ਹੈ। ਲੁਧਿਆਣਾ ਸਾਹਿਬ ਜੇ ਗੱਲ ਕਰੀਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ ਸੀ। ਹੁਣ ਫਿਰ 22 ਦੀਆਂ ਚੋਣਾਂ ਨੂੰ ਲੈ ਕੇ ਕਾਫੀ ਸਰਗਰਮ ਆ। ਵੱਡੇ ਵੱਡੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਾ ਰਹੇ ਆ, ਬਿਜਲੀ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ। ਤੁਹਾਨੂੰ ਲੱਗਦਾ ਕਿ ਇਹ ਕਾਮਯਾਬ ਹੋਏਗੀ ਆਮ ਆਦਮੀ ਪਾਰਟੀ ਪੰਜਾਬ 'ਚ?
ਵੇਖੋ ਇਹ ਟ੍ਰੈਂਡ ਬਣ ਗਿਆ ਔਰ ਲੋਕਾਂ ਨੂੰ ਇਹਦੇ ਬਾਰੇ ਬਿਲਕੁਲ ਅਵੇਅਰ ਹੋਣਾ ਚਾਹੀਦਾ ਕਿ ਇਹ ਜਿਹੜੇ ਲੂੰਬੜ ਚਾਲਾਂ ਚੱਲਣ ਵਾਸਤੇ ਆਮ ਆਦਮੀ ਪਾਰਟੀ ਦੇ ਲੋਕ, ਤੁਹਾਨੂੰ ਪਤਾ ਪਿਛਲੇ ਵੇਲੇ ਇਹਨਾਂ ਦਾ ਜਿਹੜਾ ਪੰਜਾਬ ਪ੍ਰਧਾਨ ਸੀ ਉਹ ਮੇਰੇ ਮੁਕਾਬਲੇ ਤੇ ਲੜਿਆ ਸੀ ਘੁੱਗੀ, ਔਰ ਉਹ ਮੁੱਖ ਮੰਤਰੀ ਦਾ ਕੈਂਡੀਡੇਟ ਆਪਣੇ ਆਪ ਨੂੰ ਕਹਿੰਦਾ ਸੀ, ਔਰ ਸਾਡੀ ਚੋਣ ਦੇ ਵਿੱਚ ਵੀ ਉਹ ਕਹਿੰਦਾ ਸੀ ਮੈਂ ਮੁੱਖ ਮੰਤਰੀ ਬਣਨਾ। ਔਰ ਇਹ ਜਿਹੜੀਆਂ ਗੱਲਾਂ ਹੁਣ ਵੀ ਪਿੰਡਾਂ 'ਚ ਫਾਰਮ ਲਈ ਫਿਰਦੇ ਆ, ਕਾਰਡ ਬਣਾਉਣ ਦੇ, ਤੁਹਾਡੀ 300 ਯੂਨਿਟ ਬਿਜਲੀ ਤੇ 400 ਯੂਨਿਟ ਬਿਜਲੀ ਮਾਫ ਕਰਨੀ ਹੈ ਸਾਰਿਆਂ ਨੂੰ। ਔਰ ਜਿਹੜੀ ਅਸੀਂ ਗੱਲ ਕਰਦੇ ਆ, ਬਾਦਲ ਸਾਹਿਬ ਹੋਣਾ ਨੇ ਅੱਜ ਤੱਕ ਜਿਹੜੀ ਵੀ ਗੱਲ ਕੀਤੀ ਆ ਉਹਨੂੰ ਪੂਰਾ ਕੀਤਾ ਆ। ਪਿਛਲਾ ਮਿਸਾਲਾਂ ਸਾਡੇ ਸਾਹਮਣੇ ਨੇ, ਇਹਨਾਂ ਨੇ ਜਿਹੜੀਆਂ ਕੀਤੀਆਂ ਸੀ ਕੋਈ ਹਲੇ ਲੱਭੀ ਆ। ਇਹਦੇ ਵੇਖੋ 20 ਬੰਦੇ ਜਿੱਤੇ ਸੀ, 12 ਰਹਿ ਗਏ ਅਸੈਂਬਲੀ 'ਚ। ਮੈਂ ਜਾਣਾ 4 MP ਸੀ, 2 ਉੱਧਰ ਹੋ ਗਏ, 2 ਉੱਧਰ ਹੋ ਗਏ। ਤੇ ਜਿਹੜੇ ਕੋਈ ਵੀ ਬੰਦਾ ਦਲੀਲ ਵਾਲਾ ਉਹਨੂੰ ਤੇ ਇਹ ਆਮ ਪਾਰਟੀ ਵਾਲੇ ਝੱਲਦੇ ਨਹੀਂ ਗਏ, ਤੇ ਇਹ ਲੋਕਾਂ ਨੂੰ ਪਖੰਡ ਕਰ ਕਰਕੇ ਦੱਸਦੇ ਨੇ। ਇਹ ਤੇ ਸੁਪਨਿਆਂ ਦੀ ਦੁਨੀਆ ਵਿੱਚ ਰਹਿੰਦੇ ਨੇ। ਇਸ ਤਰੀਕੇ ਨਾਲ ਕਦੀ ਰਾਜ ਭਾਗ ਨਹੀਂ ਆ ਸਕਦਾ ਕੋਈ ਜੋ ਮਰਜ਼ੀ। ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੇ ਸੀ ਆਮ ਲੋਕਾਂ ਦੀ ਪਾਰਟੀ ਆ, ਝਾੜੂ ਵਾਲਿਆਂ ਦੀ ਪਾਰਟੀ ਗਰੀਬ ਲੋਕਾਂ ਦੀ ਪਾਰਟੀ ਆ। ਦੂਜੇ ਪਾਸੇ ਜੇ ਗੱਲ ਕਰੀਏ ਇਹਦੇ ਵਿੱਚ IG ਕੁੰਵਰ ਵਿਜੇ ਪ੍ਰਤਾਪ ਵਰਗੇ ਜਾਂ ਹੋਰ ਸੈਲੀਬ੍ਰਿਟੀ ਲੋਕਾਂ ਨੂੰ ਸ਼ਾਮਲ ਕੀਤਾ ਜਾ ਰਿਹਾ, ਖਾਸ ਕਰਕੇ ਕਲਾਕਾਰਾਂ ਦੀ ਪਾਰਟੀ ਕਿਹਾ ਜਾ ਰਿਹਾ। ਗੱਲ ਇਹ ਆ ਵੀ ਜਿਹੜੇ ਵੀ ਬੰਦਿਆਂ ਨੂੰ ਲੈ ਰਹੇ ਨੇ, ਤੁਸੀਂ ਉਹਨਾਂ ਦਾ ਐਨਾਲਾਈਜ਼ ਕਰਕੇ ਵੇਖ ਲਓ ਕਿ ਉਹਨਾਂ 'ਚੋਂ ਗਰੀਬ ਕਿਹੜਾ। ਜਾਣਦੇ ਇਹਨਾਂ ਦੇ ਅੱਖਾਂ ਦੇ ਚਸ਼ਮੇ 'ਚ ਫਰਕ ਆ। ਇਹਨਾਂ ਨੂੰ ਜਿਹੜਾ ਬਹੁਤ ਵੱਡਾ ਰਿਚ ਅਮੀਰ ਆਦਮੀ ਆ ਉਹ ਇਹਨਾਂ ਨੂੰ ਗਰੀਬ ਜਾਪਦਾ, ਜਿਹੜੇ ਗਰੀਬ ਆ ਰੁਲਦੇ ਫਿਰਦੇ ਆ। ਤੇ ਨਾਲ ਹੀ ਪਾਰਟੀ ਵਾਸਤੇ ਵੱਡਾ ਪ੍ਰਬੰਧ ਕਰਨਾ ਪੈਂਦਾ, ਉਹਨਾਂ ਨੂੰ ਫੰਡ ਦੱਸਣਾ ਪੈਂਦਾ ਵੀ ਸਾਡੀ ਪਾਰਟੀ ਜਿਹੜੀ ਆ ਉਹ ਤਦੇ ਟਿਕਟ ਦੇਊਗੀ ਜੀ, ਇਸ ਤਰ੍ਹਾਂ ਦੀ ਹੋਊਗੀ। ਇਸ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ, ਚੰਗੇ ਨਹੀਂ ਲੱਗੀਦਾ, ਦੂਸ਼ਣ ਲਾਉਂਦੇ ਆ। ਬਟ ਸਾਰਿਆਂ ਨੂੰ ਪਤਾ ਵੀ ਕੰਮ ਦੇ ਬੰਦੇ ਸਾਰੇ ਇਹਨਾਂ ਨੂੰ ਛੱਡ ਕੇ ਚਲੇ ਗਏ। ਜੋ ਇਹਨਾਂ ਦਾ ਐਟੀਟਿਊਡ ਵੇਖਿਆ, ਕੱਲ ਪਰਸੋਂ ਘੁੱਗੀ ਦੀ ਆਉਣ ਡਈ ਸੀ ਬਾਈਟ ਇਹਦੇ ਉੱਤੇ ਸੋਸ਼ਲ ਮੀਡੀਆ ਉੱਤੇ, ਉਹਨੇ ਸਾਰੇ ਇਹਨਾਂ ਦੇ ਪੋਲ ਖੋਲ੍ਹ ਕੇ ਰੱਖੇ ਵੀ ਕੀ ਕਰਦੇ ਨੇ। ਇਸ ਕਰਕੇ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਮੈਂ ਕਹੂੰਗਾ ਤੁਹਾਡੇ ਚੈਨਲ ਰਾਹੀਂ ਵੀ ਹੁਸ਼ਿਆਰ ਰਹੋ, ਖਬਰਦਾਰ ਰਹੋ। ਐਸੀਆਂ ਪਾਰਟੀਆਂ ਤੇ ਐਸੇ ਪਾਰਟੀਆਂ ਦੀਆਂ ਲੀਡਰਾਂ ਦੀਆਂ ਗੱਲਾਂ ਵਿੱਚ ਆਉਣ ਦੀ ਲੋੜ ਨਹੀਂ। ਇਹ ਸਾਰੇ ਮੋਮੋ ਠੱਗ ਨੇ। ਇਹ ਤੁਹਾਡੀਆਂ ਵੋਟਾਂ ਨੂੰ ਠੱਗ ਕੇ ਆਪਣਾ ਰਾਜ ਭਾਗ ਬਣਾਉਣਾ ਚਾਹੁੰਦੇ ਆ। ਇਹਨਾਂ ਦੇ ਮਨ ਵਿੱਚ, ਉਹ ਦਿੱਲੀ ਵਾਲਿਆਂ ਦੇ ਮਨ ਵਿੱਚ ਪੰਜਾਬ ਦੀ ਕਾਹਦੀ ਹਮਦਰਦੀ ਹੋ ਸਕਦੀ ਹੈ। ਸਾਡੀ ਤੇ ਲੋਕਲ ਪਾਰਟੀ ਆ, ਅਸੀਂ ਲੋਕਾਂ ਲਈ ਲੜਦੇ ਮਰਦੇ ਆ, ਕਿਸਾਨਾਂ ਲਈ ਤੁਹਾਡੇ ਸਾਹਮਣੇ ਜੂਝਣ ਡਏ ਆ। ਕਿਸਾਨਾਂ ਲਈ ਰਿਜ਼ਾਈਨ ਕੀਤਾ ਸੈਂਟਰ ਦੀ ਮਿਨਿਸਟਰੀ ਤੋਂ, ਲਗਾਤਾਰ ਸੈਸ਼ਨ ਦੇ ਬਾਹਰ ਉੱਥੇ ਪਾਰਲੀਮੈਂਟ 'ਚ ਤੁਹਾਡੇ ਸਾਹਮਣੇ ਸਾਡੀ ਪਾਰਟੀ ਤਖਤੀਆਂ ਫੜ ਕੇ ਖਲੋਤੀ ਆ, ਜੰਗ ਯੁੱਧ ਕਰ ਰਹੇ ਆ। ਸਾਨੂੰ ਤੇ ਸਾਡੀ ਤੇ ਆਪਣੀ ਪਾਰਟੀ ਪੰਜਾਬੀਆਂ ਦੀ ਪਾਰਟੀ ਆ, ਅਕਾਲੀ ਦਲ ਜਿਹੜੀ ਪਾਰਟੀ ਆ। ਇਸ ਕਰਕੇ ਇਹਨਾਂ ਲੋਕਾਂ ਨੂੰ ਜਿਹੜੇ ਆਉਂਦੇ ਫੇਰਵੇਂ ਚੁੱਲ੍ਹੇ, ਇਹਨਾਂ ਦੇ ਬਾਰੇ ਸੋਚਣਾ ਹੀ ਨਹੀਂ ਚਾਹੀਦਾ। ਲੋਕਾਂ ਨੂੰ ਸਿਆਣੇ ਬਣਨਾ ਚਾਹੀਦਾ। ਲੋਈ ਨੰਗਲ ਸਾਹਿਬ, ਤੁਸੀਂ ਬਟਾਲਾ ਤੋਂ MLA ਹੋ। ਕਾਫੀ ਚਰਚਾ ਚੱਲ ਰਹੀ ਹੈ ਕਿ ਲਖਬੀਰ ਸਿੰਘ ਲੋਧੀ ਨੰਗਲ ਇਸ ਵਾਰ ਫਤਿਹਗੜ੍ਹ ਚੂੜੀਆਂ ਤੋਂ ਚੋਣ ਲੜਨਾ ਚਾਹੁੰਦੇ ਨੇ। ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ? ਗੱਲ ਇਹ ਆ ਵੀ ਇਹ ਸਾਰੀ ਸੱਚਾਈ ਹੈ ਜੀ, ਕਿਉਂਕਿ ਮੇਰਾ ਵੇਖੋ ਹਲਕਾ ਮੇਰਾ ਫਤਿਹਗੜ੍ਹ ਚੂੜੀਆਂ ਆ। ਜਿਹੜਾ ਪੁਰਾਣਾ ਹਲਕਾ ਸੀ ਫਤਿਹਗੜ੍ਹ ਚੂੜੀਆਂ, ਜਿਹਦੇ ਤੇ ਨਿਰਮਲ ਸਿੰਘ ਕਾਹਲੂ ਨਾਲ ਚੋਣ ਲੜੀ ਆ, ਉਹ 2 ਵਾਰਾਂ ਚੋਣ ਅਸੈਂਬਲੀ ਦੀ ਹਾਰ ਗਏ। 3 ਪਾਰਲੀਮੈਂਟ ਦੀਆਂ ਚੋਣਾਂ ਆਈਆਂ, ਇਹ ਸਾਰੀਆਂ ਚੋਣਾਂ ਹਾਰ ਗਏ। ਇਸ ਵੇਲੇ ਨਾ ਉਹਨਾਂ ਕਿਸੇ ਪਿੰਡ 'ਚ ਸਰਪੰਚੀ 'ਚ ਦਖਲ ਦਿੱਤਾ, ਨਾ ਕੋਈ ਚੋਣ ਲੜੀ, ਨਾ ਉਹਨਾਂ ਆਪਣੀ ਪਾਰਟੀ ਵੱਲੋਂ ਇਸ ਹਲਕੇ 'ਚ ਸੰਮਤੀਆਂ ਲੜਾਈਆਂ, ਨਾ ਜ਼ਿਲ੍ਹਾ ਪ੍ਰੀਸ਼ਦ ਲੜਾਈਆਂ। ਔਰ ਸਾਰੇ ਲੋਕ ਜਿਹੜੇ ਨੇ ਉਹ ਵਿਚਾਰੇ ਮਜੂਸ ਹੋ ਗਏ। ਔਰ ਉਹਨਾਂ ਦੀ ਜੋ ਹਾਲਾਤ ਨੇ ਉਹ ਸਾਰੇ ਇਲਾਕੇ 'ਚ ਫਿਰ ਕੇ ਤੁਸੀਂ ਵੇਖ ਸਕਦੇ ਜੇ। ਕਿਉਂਕਿ ਪਾਰਟੀ ਦਾ ਜਦੋਂ ਮਿਆਰ ਡਿੱਗ ਜਾਂਦਾ ਹੈ, ਜਦੋਂ ਵਰਕਰ ਜਿਹੜਾ ਉਹਨੂੰ ਕੋਈ ਆਸਰਾ ਨਹੀਂ ਮਿਲਦਾ, ਔਰ ਜਿਹੜੀ ਲੁੱਟ ਖਸੁੱਟ ਹੋਈ ਆ ਉਹ ਸਾਰਿਆਂ ਦੇ ਸਾਹਮਣੇ, ਕਿਸੇ ਨੂੰ ਉਹਦਾ ਭੁਲੇਖਾ ਨਹੀਂਗਾ। ਸੋ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ, ਕਿਉਂਕਿ ਮੇਰੇ ਹਲਕੇ ਦੀ ਬਹੁਤ ਸੰਮਤੀ ਜਿਹੜੀ ਆ ਇਸ ਫਤਿਹਗੜ੍ਹ ਚੂੜੀਆਂ ਦੇ ਵਿੱਚ ਆਈ ਆ, ਪੁਰਾਣੇ ਹਲਕੇ ਦੀ, ਜਿੱਥੋਂ ਮੈਂ ਚੋਣ ਲੜ ਕੇ 7 ਵਿੱਚ ਜਿੱਤਿਆ ਸਾਂ। ਉਸ ਤੋਂ ਪਹਿਲਾਂ ਮੈਂ 91 'ਚ ਵੀ ਚੋਣ ਲੜੀ ਸੀ। ਮੈਂ ਇੱਥੇ ਸੰਨ 85 'ਚ ਯਾਦ ਚੋਣ ਲੜੀ ਸੀ, ਜਦੋਂ ਮੈਂ ਥੋੜ੍ਹੀਆਂ ਜਿਹੀਆਂ ਵੋਟਾਂ 'ਤੇ ਰਿਹਾ ਸਾਂ। ਸੋ ਇਸ ਕਰਕੇ ਮੇਰਾ ਹਲਕਾ ਆ, ਮੇਰੇ ਹਲਕੇ ਲੋਕਾਂ ਦਾ ਮੇਰੇ 'ਤੇ ਪ੍ਰੈਸ਼ਰ ਆ ਵੀ ਅਸੀਂ ਲੋਧੀ ਨੰਗਲ ਸਾਹਿਬ ਤੁਸੀਂ ਆਓ ਤੇ ਅਸੀਂ ਵੋਟਾਂ ਪਾਉਣੀਆਂ ਨੇ। ਉਹਨਾਂ ਨੂੰ ਤੁਸੀਂ ਬੜੀ ਉਹਨਾਂ ਪਰਖ ਲਿਆ। ਪਾਰਟੀ ਨੂੰ ਅਸੀਂ ਇਹ ਹਦਾਇਤ ਕਰਦੇ ਹਾਂ ਵੀ ਇਹ ਬਿਲਕੁਲ ਇਹ ਇੱਥੇ ਫਿੱਟ ਨਹੀਂ ਗੇ। ਇਸ ਕਰਕੇ ਤੁਸੀਂ ਇਹਨਾਂ ਦਾ ਜ਼ਿਆਦਾ ਹਲਕਾ ਡੇਰਾ ਬਾਬਾ ਨਾਨਕ 'ਚ ਚਲੇ ਗਿਆ, ਮੇਰਾ ਜ਼ਿਆਦਾ ਹਲਕਾ ਫਤਿਹਗੜ੍ਹ ਚੂੜੀਆਂ 'ਚ ਆ ਗਿਆ। ਜਦੋਂ ਕਾਂਗਰਸ ਦੇ ਉਹ ਕੈਂਡੀਡੇਟ ਰਹੇ ਆ ਜਿਹੜੇ ਪਹਿਲੋਂ ਸੀ, ਜਿਹੜਾ ਇੱਥੇ ਕਾਦੀਆਂ ਦੇ ਵਿੱਚ ਪਹਿਲੋਂ ਕੈਂਡੀਡੇਟ ਸੀ ਤ੍ਰਿਪਤ ਰਜਿੰਦਰ ਬਾਜਵਾ, ਉਹ ਜ਼ਿਆਦਾ ਕਾਦੀਆਂ ਹਲਕਾ ਫਤਿਹਗੜ੍ਹ ਚੋਣ ਕਰਕੇ ਉਹ ਫਤਿਹਗੜ੍ਹ 'ਚ ਰਿਹਾ। ਇਸੇ ਤਰ੍ਹਾਂ ਹੀ ਜਿਹੜਾ ਸੁਖੀ ਰੰਧਾਵਾ ਆ, ਉਹਦਾ ਜ਼ਿਆਦਾ ਹਲਕਾ ਡੇਰਾ ਬਾਬਾ ਨਾਨਕ 'ਚ ਰਹਿਣ ਕਰਕੇ ਉਹ ਡੇਰਾ ਬਾਬਾ ਨਾਨਕ ਰਿਹਾ। ਤੋ ਇਸ ਕਰਕੇ ਗਲਤ ਜਿਹੜੀ ਵੰਡ ਹੋਈ ਆ, ਇਹਨਾਂ ਨੇ ਬਾਦਲ ਸਾਹਿਬ ਵੱਡਿਆਂ ਨੂੰ ਆਪਣੇ ਢੰਗ ਨਾਲ ਕਹਿ ਕੁਆ ਕੇ ਤੇ ਉਦੋਂ ਹਲਕਿਆਂ ਦੀ ਗਲਤ ਵੰਡ ਕਰ ਲਈ, ਜਿਹਦੇ ਨਾਲ ਇਹ ਨੁਕਸਾਨ 'ਚ ਗਏ ਨੇ। ਜੇ ਆਪੋ ਆਪਣੇ ਥਾਂ 'ਤੇ ਰਹਿੰਦੇ, ਕਦੀ ਜਿੱਤਦੇ ਕਦੀ ਹਾਰਦੇ, ਪਰ ਲੋਕਾਂ ਦੀ ਜੋ ਸਾਹਮਣੇ ਚੋਣ ਆਈ ਆ, ਸੋਚ ਆਈ ਆ, ਜੋ ਰਿਜ਼ਲਟ ਨਿਕਲੇ ਨੇ,
ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਪਾਰਟੀ ਦੀ ਵੀ ਇਹ ਸੋਚ ਆ ਵੀ ਜਿੱਤਣ ਵਾਲੇ ਨੂੰ ਟਿਕਟਾਂ ਦੇਣੀਆਂ, ਕਿਉਂਕਿ ਸਰਕਾਰ ਬਣਾਉਣੀ ਆ। ਔਰ ਜੇ ਇਸ ਵਾਰੀ ਪਾਰਟੀ ਢਿੱਲੀ ਰਹੂਗੀ ਤੇ ਫਿਰ ਬਹੁਤ ਵੱਡਾ ਨੁਕਸਾਨ ਹੋਏਗਾ। ਸਭ ਤੋਂ ਗੱਲ ਕਰੀਏ ਕਿ ਐਮਐਲਏ ਤੁਸੀਂ ਬਣੇ ਹੋ ਬਟਾਲਾ ਤੋਂ, ਲੱਗਦਾ ਨਹੀਂ ਇਸ ਵਾਰੀ ਗਠਬੰਧਨ ਟੁੱਟ ਚੁੱਕਾ ਹੈ ਭਾਜਪਾ ਦੇ ਨਾਲੋਂ, ਤਾਂ ਕਿਤੇ ਨਾ ਕਿਤੇ ਹਾਰ ਦਾ ਵੀ ਖਤਰਾ ਲੱਗ ਰਿਹਾ ਕਿ ਭਾਜਪਾ ਦੀ ਵੋਟ ਜਿਹੜੀ ਆ ਬਟਾਲੇ ਦੇ ਵਿੱਚ ਜ਼ਿਆਦੀ ਆ ਤਾਂ ਹਾਰ ਦਾ ਸਾਹਮਣਾ ਨਾ ਕਰਨਾ ਪੈ ਜਾਵੇ। ਤੁਹਾਨੂੰ ਇਸ ਗੱਲ ਦਾ ਪਤਾ ਨਹੀਂ, ਐਕਚੁਅਲੀ ਭਾਜਪਾ ਦੇ ਨਾਲ ਮੇਰਾ ਅਲਾਇੰਸ ਹੈ ਨਹੀਂ ਸੀ, ਪਾਰਟੀ ਦਾ ਭਾਵੇਂ ਹੈਗਾ ਸੀ। 12 ਚ ਵੀ ਭਾਜਪਾ ਨੇ ਓਪਨਲੀ ਮੇਰੀ ਮੁਖਾਲਫਤ ਕੀਤੀ ਸੀ, ਔਰ 17 ਵਿੱਚ ਵੀ ਓਪਨਲੀ ਚੈਨਲਾਂ ਤੇ ਜਾ ਕੇ ਈਵਨ ਉਹਨਾਂ ਦਾ ਸਾਨੀ ਜਿਹੜਾ ਉੱਥੋਂ CPS ਵੀ ਰਿਹਾ, ਐਮਐਲਏ ਵੀ ਬਣਦਾ ਰਿਹਾ, ਉਹ ਕਾਂਗਰਸ ਜੁਆਇਨ ਕਰ ਗਿਆ ਸੀ। ਔਰ ਉੱਥੇ ਬਟਾਲੇ ਦੇ ਵਿੱਚ ਕਾਂਗਰਸ ਨੇ ਤੇ BJP ਨੇ ਸਾਰੇ ਹਿੰਦੁਸਤਾਨ 'ਚ ਪਹਿਲੀ ਮਿਊਨਿਸਪਲ ਕਮੇਟੀ ਬਟਾਲਾ ਸੀ ਜਿਹੜੀ ਇਹਨਾਂ ਨੇ ਆਪਣੇ ਅਲਾਇੰਸ ਨਾਲ ਬਣਾਈ ਸੀ। ਇਸ ਕਰਕੇ ਸਾਡਾ ਅਕਾਲੀ ਦਲ ਦਾ ਤੇ ਅਸੀਂ ਤੇ ਆਪਣੇ ਗੁਰੂ ਦੇ ਆਸਰੇ ਹੀ ਇਲੈਕਸ਼ਨ ਲੜਦੇ ਆ। ਸਾਡਾ BJP ਨੇ ਤਾਂ ਕਦੀ ਸਾਥ ਦਿੱਤਾ ਹੀ ਨਹੀਂ, ਤੇ ਉੱਥੇ ਕੋਈ ਐਸੀ ਗੱਲ ਨਹੀਂ। ਫਤਿਹਗੜ੍ਹ ਦੇ ਵਿੱਚ ਹਾਲੀ ਬਹੁਤ ਸਾਰੇ ਸੱਜਣ ਨੇ ਜਿਹੜੇ ਸਾਡੇ ਨਾਲ, ਕਿਉਂਕਿ ਮੇਰਾ ਆਪਣਾ ਸ਼ਹਿਰ ਆ, ਮੈਂ ਨਿੱਕਾ ਹੁੰਦਾ ਇੱਥੇ ਪੜ੍ਹਦਾ ਰਿਹਾ ਆ, ਲੋਕਾਂ ਦੇ ਵਿੱਚ ਵਿਚਰਦਾ ਰਿਹਾ ਆ, ਮੇਰਾ ਨਿੱਜੀ ਲੋਕਾਂ ਦੇ ਨਾਲ ਨੇੜ ਆ, ਉਹਦੇ ਕਰਕੇ ਇੱਥੇ ਦੇ ਲੋਕਾਂ ਦਾ ਸਗੋਂ ਮੇਰੇ ਨਾਲ ਸਾਰਾ ਪਿਆਰ ਸੰਬੰਧ ਰਲਦੇ ਨੇ। ਉਹਨਾਂ ਲੋਕਾਂ ਦੀ ਸੀਟ ਖੁੱਸ ਗਈ ਸੀ ਬਟਾਲਾ, ਪਹਿਲੋਂ BJP ਦੀ ਸੀਟ ਹੁੰਦੀ ਸੀ, ਉਸ ਐਲਰਜੀ ਦੇ ਮਾਰੇ ਹੀ ਉਹ ਜਿਹੜੇ ਨੇ ਅਕਾਲੀ ਦਲ ਨੂੰ ਉੱਥੇ ਜਿਹੜਾ ਨਾ ਉਹਦੀ ਮੁਖਾਲਫਤ ਕਰੀ ਗਏ ਨੇ, ਹੋਰ ਕੋਈ ਗੱਲ ਨਹੀਂ। ਸਭ ਜੇ ਗੱਲ ਕਰੀਏ ਕਿ ਇਸ ਸਮੇਂ ਜਿਹੜੇ ਆ ਤ੍ਰਿਪਤ ਰਜਿੰਦਰ ਬਾਜਵਾ ਤੁਹਾਡੇ ਹਲਕੇ ਦੇ ਇਸ ਇਲਾਕੇ ਦੇ ਜਿਹੜੇ ਐਮਐਲਏ ਵੀ ਨੇ, ਲੱਗਦਾ ਨਹੀਂ ਹੈ ਫਤਿਹਗੜ੍ਹ ਚੂੜੀਆਂ ਤੋਂ ਇਲੈਕਸ਼ਨ ਤੁਸੀਂ ਲੜੋਗੇ ਤਾਂ ਜਿੱਤਣਾ ਔਖਾ ਹੋਊਗਾ ਕਿ ਕੈਬਨਿਟ ਦੇ ਮੰਤਰੀ ਨੇ ਉਹ। ਗੱਲ ਇਹ ਆ ਜੀ ਵੀ ਪਿਛਲੀ ਉਹਨਾਂ ਵੀ ਜੇ 7 'ਚ ਲੜੀ ਸੀ, ਉਦੋਂ ਵੀ ਤ੍ਰਿਪਤ ਰਜਿੰਦਰ ਬਾਜਵਾ ਕੈਬਨਿਟ ਮੰਤਰੀ ਸੀ, ਉਦੋਂ ਵੀ ਮੈਂ ਇਲੈਕਸ਼ਨ ਲੜੀ ਸੀ, ਉਦੋਂ ਵੀ ਮੈਂ ਜਿੱਤਿਆ ਸਾਂ। ਤੇ ਗੱਲ ਜਿਹੜੀ ਹੁੰਦੀ ਆ ਜਦੋਂ ਇਲੈਕਸ਼ਨਾਂ ਲੜੀਦੀਆਂ ਨੇ ਉਦੋਂ ਆਪਣੇ ਬਲਬੂਤੇ ਦੇ ਉੱਤੇ ਲੜੀਦੀਆਂ ਨੇ, ਜਿੱਤਾਂ ਹਾਰਾਂ ਤੇ ਸਾਰੇ ਲੋਕਾਂ ਨੂੰ ਮਿਲਦੀਆਂ ਰਹਿੰਦੀਆਂ ਨੇ, ਕਿਸੇ ਦੀ ਕੋਈ ਗੱਲ ਨਹੀਂ ਐਸੀ ਹੁੰਦੀ। ਪਰ ਇਸ ਲਈ ਜੋ ਹਾਲਾਤ ਨੇ ਲੋਕਾਂ ਦਾ, ਜੋ ਮੇਰੇ ਨਾਲ ਇੰਨਾ ਵੱਡਾ ਉਤਸ਼ਾਹ ਆ, ਹਜੂਮ ਆ ਵੇਖੋ ਤੁਹਾਡੇ ਸਾਹਮਣੇ ਹੁਣ ਇੱਧਰਲੇ ਬੰਨੇ ਹਾਲ ਭਰਨਾ ਸ਼ੁਰੂ ਹੋ ਗਿਆ, ਸਵੇਰੇ ਬਹੁਤ ਲੋਕਾਂ ਦਾ ਰਸ਼ ਆ। ਔਰ ਲੋਕ ਜਿਹੜੇ ਨੇ ਉਹ ਬੜਾ ਡੀਕ ਕਰ ਰਹੇ ਨੇ, ਪਾਰਟੀ ਨੂੰ ਪ੍ਰੈਸ਼ਰ ਦੇ ਰਹੇ ਨੇ ਵੀ ਤੁਸੀਂ ਲੇਟ ਕਰ ਰਹੇ ਜੇ, ਜਿਹੜੀ ਸੀਟਾਂ ਅਨਾਉਂਸ ਕਰਨੀਆਂ, ਜਿਹੜੇ ਹਲਕੇ 'ਚ ਫਟਾਫਟ ਅਨਾਉਂਸ ਕਰੋ, ਲੇਟ ਹੋਣ ਨਾਲ ਨੁਕਸਾਨ ਹੋ ਰਿਹਾ ਆ। ਔਰ ਅਸੀਂ ਕਿਸੇ ਦੇ ਦੁਸ਼ਮਣ ਨਹੀਂ, ਅਸੀਂ ਚਾਹੁੰਦੇ ਹਾਂ ਸਾਰੇ ਪਾਰਟੀ ਦੇ ਵਰਕਰ ਨੇ ਪਾਰਟੀ ਦੀ ਸੁੱਖ ਮੰਗਣ, ਔਰ ਜਿੱਥੇ ਵੀ ਕੋਈ ਬੰਦਾ ਜਿੱਤ ਸਕਦਾ ਉੱਥੇ ਆਰਾਮ ਦੇ ਨਾਲ ਪਾਰਟੀ ਨੂੰ ਰਿਕੁਐਸਟ ਕਰੇ ਵੀ ਮੈਨੂੰ ਇੱਥੇ ਟਿਕਟ ਦੇ ਦਿਓ। ਪਾਰਟੀ ਸਰਵੇ ਕਰਾਉਂਦੀ ਆ, ਪਾਰਟੀ ਅਸੈਸਮੈਂਟ ਲੈਂਦੀ ਆ, ਉਹਨਾਂ ਨੇ ਆਪਣੀਆਂ ਟੀਮਾਂ ਡਾਈਆਂ ਨੇ, ਜਿੱਥੇ ਪਾਰਟੀ ਨੂੰ ਠੀਕ ਅਸੈਸਮੈਂਟ ਜਿਸ ਕੈਂਡੀਡੇਟ ਦੀ ਆਉਂਦੀ ਆ ਉਹਨੂੰ ਉਹ ਟਿਕਟ ਦਿੰਦੇ। ਸਰ ਲੱਗਦਾ ਨਹੀਂ ਕਿ ਕਾਂਗਰਸ ਦੇ ਵਿੱਚ ਬਟਾਲਾ ਤੋਂ ਕਾਟੋ ਕਲੇਸ਼ ਚੱਲ ਰਿਹਾ, ਜਿੱਥੇ ਅਸ਼ਮੀ ਸੇਖੜੀ ਲਾ ਲਓ ਜਾਂ ਤ੍ਰਿਪਤ ਰਜਿੰਦਰ ਬਾਜਵਾ ਹੁਣੀ ਵੀ ਕਾਫੀ ਉੱਥੇ ਸਰਗਰਮ ਨੇ, ਤਾਂ ਲੱਗਦਾ ਨਹੀਂ ਜੇ ਲੋਧੀ ਨੰਗਲ ਬਟਾਲਾ ਤੋਂ ਇਲੈਕਸ਼ਨ ਲੜਨਗੇ ਤਾਂ ਜਿੱਤਣਾ ਸੌਖਾ ਹੋ ਸਕਦਾ? ਨਹੀਂ, ਗੱਲ ਜਿਹੜੀ ਹੁੰਦੀ ਹੈ ਨਾ, ਵੇਖੋ ਇਹ ਜਿੱਤ ਹਾਰ ਦਾ ਸਿਨੈਰੀਓ ਰੋਜ਼ ਬਦਲਦਾ ਰਹਿੰਦਾ। ਨਾਲੇ ਮੈਂ ਕੋਈ ਦੂਸਰੇ ਕੈਂਡੀਡੇਟ ਨੂੰ ਮੁੱਖ ਰੱਖ ਕੇ ਇਲੈਕਸ਼ਨ ਨਹੀਂ ਲੜਦਾ, ਮੈਂ ਤੇ ਆਪਣੀ ਕੁਆਲਿਟੀ ਤੇ ਇਲੈਕਸ਼ਨ ਲੜਦਾ। ਮੇਰੀ ਆਪਣੀ ਪਾਰਟੀ ਦਾ ਜੋ ਪਰਫਾਰਮੈਂਸ ਹੈ ਉਹਦੇ ਉੱਤੇ ਇਲੈਕਸ਼ਨ ਲੜਨੀ ਆ। ਉੱਥੇ ਵੀ ਅਸੀਂ ਚੰਗਾ ਬੰਦਾ ਖੜਾ ਕਰਾਂਗੇ, ਉੱਥੇ ਵੀ ਜਿੱਤਾਂਗੇ। ਕਾਟੋ ਕਲੇਸ਼ ਤੇ ਚਲੋ ਕਿਹੜੀ ਪਾਰਟੀ 'ਚ ਨਹੀਂ, ਸਾਰੀਆਂ 'ਚ ਹੀ ਰਹਿੰਦਾ, ਸਾਡੇ 'ਚ ਕਿਹੜਾ ਕਾਟੋ ਕਲੇਸ਼ ਇੱਥੇ ਵੀ ਤੁਸੀਂ ਵੇਖਣ ਡਿਆ ਜੇ। ਕਾਟੋ ਕਲੇਸ਼ ਤੇ ਇੱਕ ਸੁਭਾਵਕ ਆ, ਜਿੱਥੇ ਤਾਕਤ ਦੀ ਲੜਾਈ ਆ ਉੱਥੇ ਲੋਕਾਂ ਨੇ ਆਪਸ ਵਿੱਚ ਮਾੜੀ ਮੋਟੀ ਕਸ਼ ਕਰਨੀ ਆ। ਉੱਥੇ ਜਿਹੜੀ ਗੱਲ ਹੈ ਨਾ, ਉੱਥੇ ਹਿੰਦੂ ਸੀਟ ਆ ਅਸਲ ਜਿਹੜੀ ਗੱਲ ਆ। ਔਰ ਇਹ ਜਿਹੜੀ ਤੁਸੀਂ ਗੱਲ ਕਰਦੇ ਨਾ, ਜਿੰਨਾ ਮਰਜ਼ੀ ਕਾਟੋ ਕਲੇਸ਼ ਰਵੇ, ਇੱਥੇ ਵੀ ਆ ਧਿਆਨ ਕੇ ਮੁੜ ਕੇ ਤ੍ਰਿਪਤ ਰਜਿੰਦਰ ਬਾਜਵਾ ਨੂੰ ਆਪਣੇ ਹਲਕੇ ਫਤਿਹਗੜ੍ਹ ਦੀ ਚੋਣ ਲੜਨੀ ਪੈਣੀ ਆ। ਇਹ ਪੱਕੀ ਤੌਰ ਤੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਗਿਆ। ਲੱਗਦਾ ਨਹੀਂ ਟਕਸਾਲੀ ਧੜਾ ਬਣਿਆ ਹੋਇਆ ਅਕਾਲੀ ਦਲ ਦੇ ਵਿੱਚੋਂ, ਤਾਂ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਚਾਹੀਦਾ ਸੀ ਕਿ ਮੇਲ ਜੋੜ ਕੇ ਇਕੱਠੇ ਕਰ ਲਈਏ। ਨਹੀਂ ਚਲੋ ਜਿੰਨੇ ਇਕੱਠੇ ਸੀ, ਹੁਣ ਰਤਨ ਸੋਹਣੀ ਤੁਹਾਡੇ ਸਾਹਮਣੇ ਇਕੱਠੇ ਹੋ ਗਏ ਸੀ, ਹੁਣ ਟਕਸਾਲੀਆਂ ਦੇ ਵਿੱਚ ਮਾਫ ਕਰਨਾ ਜੀ ਜਿਹੜੇ ਸਾਡੇ ਜ਼ਿਲ੍ਹੇ ਜਿੰਨੇ ਤੁਹਾਨੂੰ ਪਤਾ ਹੀ ਆ। ਔਰ ਇਹ ਚੀਜ਼ ਇਹ ਵੀ ਇੱਕ ਆਪਸੀ ਈਰਖਾ ਦਾ ਜਿਹੜਾ ਕੰਮ ਆ, ਨਹੀਂ ਤੇ ਹੋਰ ਲੜਾਈ ਕੋਈ ਨਹੀਂ। ਸਾਰੀ ਉਮਰ ਇਕੱਠੇ ਰਹੇ, ਇਕੱਠੀਆਂ ਮਨਿਸਟਰੀਆਂ ਲਈਆਂ, ਐਡੇ ਅਹੁਦੇ ਲਏ, ਤੇ ਹੁਣ ਜਿਹੜਾ ਇਹ ਬੰਦਾ ਬੁਰਾ ਲੱਗਣ ਡਿਆ ਵੀ ਉਹ ਗੱਲ ਜਿਹੜੀ ਉਹ ਵੀ ਸੈਂਟਰ ਦੀ ਚਾਲ ਸੀ, ਉਹਦੇ 'ਚ ਉਹਨਾਂ ਸਾਡੇ ਕੁਝ ਬੰਦਿਆਂ ਨੂੰ ਚਕਾ ਕੇ ਤੇ ਪਾਰਟੀ ਨੂੰ ਡਾਊਨ ਕਰਨ ਵਾਸਤੇ, ਕਮਜ਼ੋਰ ਕਰਨ ਵਾਸਤੇ, ਕਿਉਂਕਿ BJP ਦੀਆਂ ਬੜੀਆਂ ਡੂੰਘੀਆਂ ਚਾਲਾਂ ਹੁੰਦੀਆਂ ਨੇ, ਅਸੀਂ ਸਮਝਦੇ ਹਾਂ, ਆਮ ਸਧਾਰਨ ਬੰਦੇ ਨੂੰ ਨਹੀਂ ਪਤਾ, ਪਰ ਉਹ ਸਾਰੀ ਗੱਲਾਂ ਤੋਂ ਅਸੀਂ ਅਵੇਅਰ ਹਾਂ। ਕੋਈ ਐਸੀ ਗੱਲ ਨਹੀਂ, ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ, ਸਾਡੇ ਭਰਾ ਨੇ, ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਉਹਨਾਂ ਦੇ ਦੁਸ਼ਮਣ ਆ, ਇਕੱਠੇ ਹੀ ਰਹੇ ਹਾਂ। ਬਾਕੀ ਇਹ ਵੀ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ। ਤੁਸੀਂ BJP ਦੀ ਗੱਲ ਕੀਤੀ ਹੈ, BJP ਦਾ ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ, ਦੂਜੇ ਪਾਸੇ ਕਹਿ ਰਹੇ 117 ਦੀਆਂ ਸੀਟਾਂ ਤੇ ਅਸੀਂ ਚੋਣ ਲੜਾਂਗੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ। ਚਲੋ ਇਹ ਤਾਂ ਗੱਲ ਜਿਹੜੀ ਆ ਜੀ, ਉਹ ਪਹਿਲਾਂ ਵੀ ਕਹਿੰਦੇ ਸੀ, ਹੁਣ ਜੋ ਚੀਕਾਂ ਨਿਕਲਣੀਆਂ 117 ਦੇ ਵਿੱਚ ਹੀ ਉਹ ਆਂਦੇ ਲੜਾਂਗੇ। ਲੋਕ ਉਹਨਾਂ ਦੇ ਡਾਂਗਾਂ ਲੈ ਕੇ ਪਿੱਛੇ ਹੋਣਗੇ, ਉਹ ਅੱਗੇ ਹੋਣਗੇ। ਚੋਣ ਉਹਨਾਂ ਕੀ ਲੜਨੀ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਵੀ ਉਹ ਕਿਹੜੀ ਪਾਲਿਸੀ ਵਰਤਦੇ ਆ, ਕੀ ਕਰਦੇ ਆ। 117 ਦੇ ਬੰਦੇ ਉਹਨਾਂ ਕੋਲ ਨਹੀਂ ਪੰਜਾਬ ਵਿੱਚ ਲੜਨ ਵਾਸਤੇ। ਚੋਣਾਂ ਉਹਨਾਂ ਕਾਹਦੀਆਂ ਲੜਨੀਆਂ ਨੇ, ਗੱਲ ਨਹੀਂ, ਕੋਈ ਬਾਤ ਨਹੀਂ। ਇਹ ਤੁਹਾਨੂੰ ਪਤਾ ਸਿਰਫ ਅਕਾਲੀ ਦਲ ਦੇ ਸਿਰ ਤੇ BJP ਸੀ, ਪੰਜਾਬ 'ਚ ਕੋਈ BJP ਦਾ ਨਾਮੋ ਨਿਸ਼ਾਨ ਨਹੀਂ ਸੀ। ਸਿਰਫ ਅਕਾਲੀ ਦਲ ਦੇ ਸਿਰ ਤੇ ਉਹਨਾਂ ਨੇ ਐਸ਼ ਲਈ ਆ,
ਬਾਦਲ ਸਾਹਿਬ ਨੂੰ ਸੀਸਾਂ ਦੇਣ। ਇਹਨਾਂ ਦੇ ਆਪਣੇ ਪੱਲੇ ਤੇ ਕੱਖ ਵੀ ਨਹੀਂਗਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕਿਤੇ ਸ਼ਹਿਰ ਤੋਂ ਬਾਹਰ ਤਾਂ ਨਿਕਲ ਸਕਦੇ ਨਹੀਂ। ਸ਼ਹਿਰ ਦੇ ਵਿੱਚ ਵੀ ਸਾਰੀ ਵੰਡਵੀਂ ਆ, ਕਾਂਗਰਸ ਵੀ ਉੱਥੇ ਆ, ਦੂਜੀ ਵੀ ਉੱਥੇ ਆ। ਹੁਣ ਬਸਪਾ ਦੀ ਬੜੀ ਕਿਰਪਾ, ਇਹ ਜਿਹੜਾ ਸਾਡਾ ਹੋਇਆ ਆ ਅਲਾਇੰਸ ਹੋਇਆ ਆ ਬਸਪਾ ਦਾ, ਸਾਡੇ ਨਾਲ ਬੜਾ ਵੱਡਾ ਅਲਾਇੰਸ ਆ। ਇਹ ਤੇ ਸਾਡੇ ਕੋਲ ਵੋਟਾਂ ਲੈ ਲੈਂਦੇ ਸੀ, ਸਾਨੂੰ ਵੋਟ ਤੇ ਦਿੰਦੇ ਨਹੀਂ ਸੀ। ਇਹ ਤੇ ਅਕਾਲੀ ਦਲ ਨੂੰ ਵਰਤਦੇ ਸੀ, ਤੇ ਬਸਪਾ ਦੇ ਵਰਕਰ ਸਿੰਸੀਅਰਲੀ ਲੱਕ ਬੰਨ੍ਹ ਕੇ ਲੱਗੇ ਆ ਉਹ ਅਕਾਲੀ ਦਲ ਦੇ ਵਾਸਤੇ। ਉਹ ਸਮਝਦੇ ਆ ਵੀ 25 ਸਾਲਾਂ ਪਿੱਛੋਂ ਸਾਡਾ ਫਿਰ ਇਹਦੇ ਨਾਲ ਅਕਾਲੀ ਦਲ ਦੇ ਨਾਲ ਸਮਝੌਤਾ ਹੋਇਆ, ਅਸੀਂ ਵੀ ਰਾਜ ਭਾਗ ਜਾਣਾ, ਰਾਜ ਭਾਗ ਅਕਾਲੀ ਦਲ ਨੇ ਵੀ ਜਾਣਾ, ਤੇ ਇਸ ਕਰਕੇ ਇਕੱਠੇ ਲੜਾਂਗੇ। ਬਸਪਾ ਦਾ ਵਰਕਰ ਸਾਡੇ ਲਈ ਬੜਾ ਫਿੱਟ ਚੱਲ ਰਿਹਾ। ਤੁਹਾਨੂੰ ਲੱਗਦਾ ਹੈ ਬਸਪਾ ਦੇ ਨਾਲ ਗਠਬੰਧਨ ਕਰਨ ਨਾਲ ਤੁਹਾਨੂੰ ਕੋਈ ਵੱਡਾ ਫਾਇਦਾ ਹੋ ਸਕਦਾ ਬਾਈ ਦੀਆਂ ਚੋਣਾਂ 'ਚ? ਬਹੁਤ ਵੱਡਾ ਫਾਇਦਾ, ਬਹੁਤ ਵੱਡਾ ਫਾਇਦਾ। ਜੋ ਕਦੀ ਬੀਜੇਪੀ 'ਚ ਨਹੀਂ ਸੀ ਹੋਇਆ, ਉਹਦੇ ਨੂੰ ਬਹੁਤ ਗੁਣਾ ਵੱਧ ਬਸਪਾ ਦਾ ਸਾਨੂੰ ਅਲਾਇੰਸ ਕਰਨ ਦੇ ਨਾਲ ਫਾਇਦਾ ਹੋ ਰਿਹਾ। ਜਿਵੇਂ ਤੁਸੀਂ ਪਹਿਲਾਂ ਦੱਸੀ ਕਿ ਵਰਕਰਾਂ ਦੀ ਕਾਫੀ ਮੰਗ ਹੈ ਕਿ ਜਿਹੜੇ ਆ ਉਮੀਦਵਾਰ ਐਲਾਨ ਦਿੱਤੇ ਜਾਣ, ਭਾਵੇਂ ਉਹ ਹਲਕਾ ਬਟਾਲਾ, ਫਤਿਹਗੜ੍ਹ ਚੂੜੀਆਂ ਵਾ। ਖਾਸ ਕਰਕੇ ਗੱਲ ਕਰੀਏ ਪਿਛਲੇ ਦਿਨ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਰੈਲੀ ਕੀਤੀ ਗਈ, ਜਿਸ ਵਿੱਚ ਬੋਨੀ ਅਜਨਾਲਾ ਵੀ ਐਲਾਨ ਦਿੱਤਾ ਗਿਆ। ਜੇ ਗੱਲ ਕਰੀਏ ਤਾਂ ਅਟਾਰੀ ਹਲਕਾ ਵੀ ਐਲਾਨ ਦਿੱਤਾ, ਖੇਮਕਰਨ ਹਲਕਾ ਵੀ। ਤਾਂ ਕੀ ਗੱਲ ਕੀ ਹੈ ਫਤਿਹਗੜ੍ਹ ਚੂੜੀਆਂ ਜਾਂ ਬਟਾਲਾ ਹਲਕਾ? ਗੱਲ ਹੈ ਵੀ ਇਹਦੇ ਕਰਕੇ ਕੋਵਿਡ ਕਰਕੇ ਨਾ, ਫਿਰ ਉਦੋਂ ਸਰਕਾਰ ਨੇ ਤੁਹਾਨੂੰ ਪਤਾ ਬੈਨ ਕਰਤਾ ਸੀ, ਲੜੀਆਂ ਚੱਲ ਪਈਆਂ ਸੀ, ਸਾਰਿਆਂ ਨੂੰ ਟਾਈਮ ਦੇ ਦਿੱਤੇ ਗਏ ਸੀ। ਸਾਰਿਆਂ ਹਲਕਿਆਂ ਦੇ ਵਿੱਚ ਕਾਨਫਰੰਸ ਕਰਕੇ ਬੜਾ ਬੈਸਟ ਵੇ ਸੀ ਉਹਨਾਂ ਦਾ ਵੀ ਹਲਕੇ 'ਚ ਜਾਣਾ, ਇਕੱਠ ਕਰਨਾ, ਕਾਨਫਰੰਸ ਕਰਨੀ, ਉੱਥੇ ਕੈਂਡੀਡੇਟ ਅਨਾਉਂਸ ਕਰਨਾ। ਉਹ ਫਿਰ ਬਲੌਕ ਹੋ ਗਿਆ ਕੰਮ ਕੋਵਿਡ ਕਰਕੇ, ਨਹੀਂ ਤੇ ਉਹ ਕੰਟੀਨਿਊ ਰਹਿੰਦਾ। ਤਾਂ ਇੰਨੇ ਜਿਹਨੂੰ ਉਹਨਾਂ ਨੇ ਤਕਰੀਬਨ 60-70 ਜਿਹੜੇ ਹਲਕੇ ਅਨਾਉਂਸ ਕਰ ਦੇਣੇ ਸੀ। ਤੇ ਹੁਣ ਵੀ ਆ ਮੌਸਮ ਠੀਕ ਹੋ ਚੱਲਿਆ ਆ, ਹੁਣ ਫਿਰ ਸ਼ੁਰੂ ਕਰ ਦਿਆਂਗੇ, ਕੋਈ ਐਸੀ ਗੱਲ ਨਹੀਂ। ਜੇ ਗੱਲ ਕਰੀਏ ਲੋਧੀ ਨੰਗਲ ਸਾਹਿਬ, ਜੇ ਕਾਂਗਰਸ ਦੀ ਗੱਲ ਕਰੀਏ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ, ਘਰ ਘਰ ਰੁਜ਼ਗਾਰ ਦਿੱਤਾ ਜਾਵੇਗਾ, ਬਿਜਲੀ ਮਾਫ ਕੀਤੀ ਜਾਵੇਗੀ, ਨਸ਼ਾ ਬੰਦ ਕੀਤਾ ਜਾਵੇਗਾ। ਕੀ ਕਾਂਗਰਸ ਨੇ ਉਹ ਵਾਅਦੇ ਪੂਰੇ ਕਰ ਦਿੱਤੇ ਨੇ? ਤੁਹਾਡੇ ਸਾਹਮਣੇ ਹੀ ਆ, ਮੈਨੂੰ ਪੁੱਛਣ ਦੀ ਕੀ ਲੋੜ ਆ। ਲੋਕ ਸਾਰੇ ਸੜਕਾਂ ਦੇ ਉੱਤੇ ਨੇ, ਹਰ ਤਰ੍ਹਾਂ ਦਾ ਮੁਲਾਜ਼ਮ ਜਿਹੜਾ ਸੜਕਾਂ ਦੇ ਉੱਤੇ ਆ। ਮੋਤੀ ਮਹਿਲ ਦੇ ਦੁਆਲੇ ਹਜ਼ਾਰਾਂ ਲੋਕ ਪੁਲਿਸ ਦੇ ਰੋਜ਼ ਲਾਏ ਆ, ਲੋਕਾਂ ਨੂੰ ਡਾਂਗਾਂ ਫੇਰੀਆਂ ਜਾ ਰਹੀਆਂ, ਧੀਆਂ ਭੈਣਾਂ ਦੀ ਬੇਇੱਜ਼ਤੀ ਹੋ ਰਹੀ ਆ, ਫੜ ਫੜ ਕੇ ਅੰਦਰ ਦਿੱਤੇ ਜਾ ਰਹੇ ਆ। ਕੋਈ ਟਾਵਰ ਤੇ ਚੜਿਆ, ਕੋਈ ਕਿਤੇ ਚੜਿਆ ਆ। ਇਹ ਵਾਅਦਿਆਂ ਦੀ ਨਿਸ਼ਾਨੀ ਹੈ, ਪੂਰੇ ਹੋਇਆ ਕਿ ਨਹੀਂ ਹੋਏ। ਇਹ ਤਾਂ ਦਿਖਦਾ ਹੀ ਹੈ ਤੁਹਾਡੇ ਸਾਹਮਣੇ ਕਿ ਕਿਸੇ ਕਿਸਮ ਦਾ ਕੋਈ ਵਰਗ ਵੀ ਖੁਸ਼ ਨਹੀਂ। ਇੱਕ ਅੱਧਾ ਵਰਗ ਹੀ ਖੁਸ਼ ਹੋਵੇ ਨਾ, ਕੋਈ ਵਰਗ ਵੀ ਖੁਸ਼ ਨਹੀਂ। ਲੋਧੀ ਨੰਗਲ ਸਾਹਿਬ, ਲਾਸਟ ਸਵਾਲ ਹੈ ਤੁਹਾਡੀ ਨਿੱਜੀ ਜ਼ਿੰਦਗੀ ਨਾਲ ਰਿਲੇਟਡ ਆ। ਜੇ ਗੱਲ ਕਰੀਏ, ਮੈਂ ਪਿੰਡ ਪੁੱਛ ਕੇ ਆਇਆ ਸੀ ਲੋਧੀ ਨੰਗਲ ਫਤਿਹਗੜ੍ਹ ਚੂੜੀਆਂ ਤੇ ਕੁਝ ਹੀ ਦੂਰੀ ਤੇ, ਅੱਜ ਵੀ ਤੁਸੀਂ ਪਿੰਡ ਦੇ ਵਿੱਚ ਰਹੇ ਆ। ਖਾਸ ਕਰਕੇ ਜੇ ਗੱਲ ਕਰੀਏ ਸਰਪੰਚ ਥੋੜਾ ਜਿਹਾ ਉੱਤੇ ਜਾਂਦਾ, ਉਹ ਕਿਸੇ ਸ਼ਹਿਰ ਦੇ ਵਿੱਚ ਕੋਠੀ ਪਾ ਲੈਂਦਾ ਜਾ ਕੇ, ਕੋਈ ਐਮਐਲਏ ਤਾਂ ਪਿੰਡ ਦੇ ਵਿੱਚ ਲੱਭਦਾ ਨਹੀਂ, ਉਹ ਸਾਰੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ। ਲੋਧੀ ਨੰਗਲ ਨੇ ਪਿੰਡ ਦੇ ਨਾਲ ਕੀ ਜੁੜਿਆ ਹੋਇਆ ਖਾਸ ਕਰਕੇ? ਦੇਖੋ, ਮੇਰੀ ਇਹ ਜਨਮ ਭੂਮੀ ਆ, ਮੈਂ ਇੱਥੇ ਜੰਮਿਆ, ਔਰ ਪਿੰਡ ਦਾ ਮੈਂ ਸਰਪੰਚ ਜਿਹੜਾ ਲਗਾਤਾਰ ਜੇ ਵੇਖ ਲਓ ਤੇ ਸਨ 77 ਤੋਂ ਲੈ ਕੇ ਅੱਜ ਤੱਕ ਅਸੀਂ ਪਿੰਡ ਦੇ ਸਰਪੰਚ ਵੀ ਤੁਰੇ ਹੋਣੇ ਆ। ਪਹਿਲੋਂ ਅਸੀਂ ਸਾਡੀ ਫੈਮਿਲੀ ਰਹੀ ਆ, ਹੁਣ ਅਸੀਂ ਆਪਣੇ ਪਰਿਵਾਰ ਵਾਂਗੂ ਹੀ ਸਾਡਾ ਫੈਮਿਲੀ ਹੈ, ਜਿਨ੍ਹਾਂ ਨੂੰ ਹੁਣ ਅਸੀਂ ਸਰਪੰਚ ਬਣਾਇਆ 2 ਵਾਰਾਂ। ਔਰ ਕਿਸੇ ਕਿਸਮ ਦਾ ਸਾਡੇ ਮਨ ਵਿੱਚ ਕੋਈ ਸ਼ਹਿਰ 'ਚ ਚਾਅ ਨਹੀਂ। ਸਾਡੇ ਕੋਲ ਅੰਮ੍ਰਿਤਸਰ ਥਾਂ ਹੈਗਾ ਸੀ ਕੋਠੀ ਇੱਕ ਛੋਟੀ ਜੀ, ਉਹ ਫਿਰ ਜਦੋਂ ਸਾਨੂੰ ਬਟਾਲੇ ਜਾਣਾ ਪੈ ਗਿਆ, ਅਸੀਂ ਉਹ ਵੇਚ ਕੇ ਤੇ ਬਟਾਲੇ ਦਫ਼ਤਰ ਬਣਾ ਲਿਆ। ਤੇ ਜਦੋਂ ਵੀ ਇਲੈਕਸ਼ਨ ਆਉਂਦੀ ਆ, ਹਰ ਇਲੈਕਸ਼ਨ ਦੇ ਵਿੱਚ ਅਸੀਂ ਕੋਈ 1.5-2 ਕਿੱਲੇ ਜ਼ਮੀਨ ਵੇਚ ਕੇ ਇਲੈਕਸ਼ਨ ਲੜਦੇ ਆ। ਔਰ ਹੁਣ ਬਹੁਤ ਆ, ਸਾਡਾ ਚਾਅ ਵੀ ਨਹੀਂ ਗਾ ਹੈਗਾ ਇਲੈਕਸ਼ਨਾਂ ਦਾ, ਬਟ ਐਤਕਾਂ ਅਸੀਂ ਸਮਝਦੇ ਆ ਇਸ ਹਲਕੇ ਦੇ ਲੋਕਾਂ ਦੀ ਡਿਮਾਂਡ ਬਹੁਤ ਜ਼ਿਆਦਾ ਆ, ਤੇ ਲੋਕਾਂ ਦੇ ਮਨਾਂ 'ਚ ਆ ਵੀ ਤੁਸੀਂ ਆਓ ਤੇ ਅਸੀਂ ਇੱਕ ਵਾਰ ਇਸ ਹਲਕੇ ਦੇ ਵਿੱਚ ਆਪਣੀ ਪਾਰਟੀ ਦੀ ਜਿੱਤ ਜਿਹੜੀ ਆ ਉਹਨੂੰ ਯਕੀਨੀ ਬਣਾਈਏ। ਤੋ ਇਸ ਕਰਕੇ ਪਿੰਡ 'ਚ ਲਗਾਓ ਆ। ਪਿੰਡ ਦੇ ਵਿੱਚ ਹੀ ਮੇਰੇ ਜ਼ਮੀਨ ਦੇ 4 ਮਰਲੇ ਨੇ, ਉਹਦੀ ਵਾਹੀ ਕਰੀਦੀ ਆ। ਮੇਰੀ ਮਾਤਾ ਪਹਿਲੋਂ ਵਾਹੀ ਕਰਦੀ ਸੀ, ਉਹਦੀ ਹੁਣ ਡੈਥ ਹੋ ਗਈ ਆ। ਹੁਣ ਚਲੋ ਇੱਕ ਬੰਦੇ ਰੱਖੇ ਨੇ ਤੇ ਆਟਾ ਪਾਲ ਦਾਲ ਘਰ ਦਾ ਆ, ਤੇ ਇੱਥੇ ਜਿੰਨੇ ਮਰਜ਼ੀ ਸਵੇਰੇ ਆ ਜਾਣ, ਪ੍ਰਸ਼ਾਦ ਪਾਣੀ ਦਾ ਵੀ ਪ੍ਰਬੰਧ ਹੁੰਦਾ, ਚਾਹ ਦਾ ਵੀ ਪ੍ਰਬੰਧ ਹੁੰਦਾ, ਕਿਉਂਕਿ ਮਾਲ ਡੰਗਰ ਵੀ ਰੱਖਿਆ, ਦੁੱਧ ਦਾ ਵੀ ਘਰ ਦਾ ਹੁੰਦਾ। ਤੇ ਇਸ ਕਰਕੇ ਜਿੱਦੀ ਜ਼ਿੰਦਗੀ ਦਾ ਜਿਹੜਾ ਹੈਗਾ ਨਾ ਜਾਤੀ ਲਗਾਓ ਆ। ਇਸ ਕਰਕੇ ਮੈਂ ਤੇ ਏਡਾ ਵੱਡਾ ਅੱਤਵਾਦ ਆਇਆ ਸੀ, ਲੋਕ ਸਾਰੇ ਲੱਭਦੇ ਨਹੀਂ ਸੀ ਇੱਥੇ, ਕੋਈ ਦੂਰ ਦਰਾਡੇ ਵੀ ਦੂਰਬੀਨ ਲਾਇਆ ਲੀਡਰ ਨਹੀਂ ਸੀ ਲੱਭਦਾ। ਮੈਂ ਉਦੋਂ ਵੀ ਇਕੱਲਾ ਪਿੰਡ 'ਚ ਹੀ ਰਿਹਾ ਸੀ, ਔਰ ਇੱਥੇ ਵੀ ਬੜਾ ਜ਼ਿਆਦਾ ਅਸੀਂ ਜਫਰ ਜਾਲਿਆ ਔਰ ਬੜਾ ਘੋਲ ਘੁਲਿਆ। ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣ ਦਾ ਮਨ ਆ। ਹੁਣ ਕਾਫੀ ਜ਼ਿੰਦਗੀ ਲੰਘ ਗਈ ਹੈ ਲੋਕਾਂ ਦੀ ਸੇਵਾ ਕਰਦਿਆਂ। ਜੋ ਸਨ 72 ਦੇ ਪੋਲੀਟਿਕਸ 'ਚ ਲੱਗੇ ਆ, ਉਦੋਂ ਜੇ ਦਾੜੀ ਨਹੀਂ ਸੀ ਆਈ। ਇਸ ਕਰਕੇ ਮਨ ਦੇ ਵਿੱਚ ਕਿਤੇ ਲਾਂਭੇ ਸ਼ਾਂਭੇ ਜਾਣ ਦਾ ਖਿਆਲ ਹੀ ਨਹੀਂ। ਉਸ ਤਰ੍ਹਾਂ ਸਾਰੀ ਦੁਨੀਆ ਵੇਖ ਆਏ ਆ, ਬੰਬੇ ਵੀ ਵੇਖ ਆਏ ਆ, ਫਿਲਮ ਲਾਈਨ 'ਚ ਵੀ ਜਾ ਆਏ ਆ, ਉਹ ਪਰ ਪਿੰਡ ਨਾਲ ਜੁੜੇ ਆ, ਪਿੰਡ ਨਾਲ ਹਨੇ। ਇੱਕ ਹੋਰ ਸਵਾਲ ਮੈਨੂੰ ਯਾਦ ਆ ਗਿਆ, ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਵੇਖੀ ਹੋਏਗੀ ਜਿਹਦੇ ਵਿੱਚ ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਬਿੱਟੂ ਹਰਸਿਮਰਤ ਕੌਰ ਦੇ ਨਾਲ ਜਿਹੜਾ ਸੰਸਦ ਦੇ ਬਾਹਰ ਬਹਿਸਦੇ ਪਏ ਨੇ। ਕਿਵੇਂ ਵੇਖਦੇ ਹੋ, ਕਿਸ ਤਰ੍ਹਾਂ ਦੀ ਬਹਿਸਬਾਜ਼ੀ ਸੀ? ਦਰਅਸਲ ਆ ਜੀ, ਉਹ ਗਿਰੇ ਹੋਏ ਇਨਸਾਨ ਨੇ, ਉਹਨਾਂ ਦਾ ਖਾਨਦਾਨ ਹੀ ਐਸਾ, ਕੁਆਲਿਟੀ ਕੋਈ ਹੈ ਨਹੀਂ, ਜਿਹਦੇ ਕਰਕੇ ਜੋ ਕਰਤੂਤ ਉਹਨੂੰ ਇੱਕ ਜਿਹੜੀ ਸਾਡੀ ਫੀਮੇਲ ਸੰਸਦ ਮੈਂਬਰ ਆ ਇਸ ਵੇਲੇ, ਜਿਹੜੀ ਮਿਨਿਸਟਰੀ ਤੋਂ ਜਿਹਨੇ ਰਿਜ਼ਾਈਨ ਕੀਤਾ, ਔਰ ਗੱਲਾਂ ਕਰਨ ਲੱਗਿਆ ਉਹਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਮੈਂ ਕੇਸ
ਇੱਕ ਸ਼ਖਸੀਅਤ ਦੇ ਨਾਲ ਗੱਲ ਕਰ ਰਿਹਾ, ਸਿਰਫ ਚਬੜ ਕਰੀ ਜਾਣਾ ਕੋਈ ਜਿਹੜੀ ਅਕਲ ਨਹੀਂ ਹੁੰਦੀ ਔਰ ਸਾਰੇ ਜ਼ਮਾਨੇ ਨੇ ਇਸ ਗੱਲ ਨੂੰ ਡਿਸਲਾਈਕ ਕੀਤਾ ਔਰ ਮੈਂ ਬੜਾ ਜ਼ੋਰ ਦੀ ਕੰਡੈਮ ਕਰਦਾ ਇਹੋ ਜਿਹੇ ਘਟੀਆ ਬੰਦੇ ਨੂੰ ਜਿਹਨੂੰ ਖੂਨ ਦੀ ਜਾਂਚ ਨਹੀਂ ਕਿ ਮੈਂ ਕਿਸ ਤਰੀਕੇ ਦੇ ਨਾਲ ਆਪਣੀ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ ਆ। ਬੜਾ ਉਹਨੇ ਘਟੀਆਪਨ ਦਾ ਸਬੂਤ ਦਿੱਤਾ। ਸੋ ਇਸ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ, ਜਿਨ੍ਹਾਂ ਦੇ ਨਾਲ ਅਸੀਂ 2022 ਦੀਆਂ ਚੋਣਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ 17 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਜੋ ਝੂਠ ਮਾਰ ਕੇ ਸਰਕਾਰ ਬਣਾਈ ਸੀ 22 ਦੇ ਵਿੱਚ ਉਹ ਕਾਮਯਾਬ ਨਹੀਂ ਹੋਏਗੀ। ਜਿਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਬਿਜਲੀ ਨੂੰ ਲੈ ਕੇ ਝੂਠੇ ਦਾਅਵੇ ਕਰ ਰਹੀ ਹੈ, ਉਹ ਵੀ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋਏਗੀ। ਉਹਨਾਂ ਦਾ ਕਹਿਣਾ ਹੈ ਕਿ 22 ਦੀਆਂ ਚੋਣਾਂ ਵਿੱਚ ਅਕਾਲੀ ਦਲ ਬਸਪਾ ਦੇ ਗਠਬੰਧਨ ਨਾਲ ਭਾਰੀ ਸੰਯੋਗ ਦੇ ਨਾਲ ਸਰਕਾਰ ਬਣਾਵੇਗੀ। ਕੈਮਰਾਮੈਨ ਅਰਸ਼ਦੀਪ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ ਹਿਮਾਚਲ, ਬਟਾਲਾ।